ਦਨ ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ, ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ, ਧਰਮ ਧਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ, ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਕਹਿਓ ਮੋਹਰੀ ਸੋ ਇੱਕ ਖਾਸਾ, ਹਿਤ ਪੋਥਨ ਕਹਿਓ ਮੋਹਰੀ ਸੋ ਇੱਕ ਖਾਸਾ। ਸੱਚੇ ਪਾਤਸ਼ਾਹ ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਜਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੇ ਉੱਤੇ ਕਿਰਪਾ ਕਰਨ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਧੰਨ ਧੰਨ ਸੱਚੇ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪ੍ਰੇਮ ਨਾਲ ਸਾਰੀਆਂ ਸੰਗਤਾਂ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਦੇ ਨਾਲ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਗੁਰਬਾਣੀ ਜੀ ਦਾ ਕੀਰਤਨ ਸਰਵਣ ਕਰ ਰਹੇ ਸੀਗੇ। ਆਓ ਸਾਰੀਆਂ ਸੰਗਤਾਂ ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਦੀ ਲੜੀਵਾਰ ਕਥਾ ਇਤਿਹਾਸ ਆਪ ਜੀ ਬੜੇ ਹੀ ਪਿਆਰ ਦੇ ਨਾਲ ਹਰ ਰੋਜ਼ ਸਰਵਣ ਕਰਦੇ ਹੋ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਮਹਾਰਾਜ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤਿਆਰ ਕਰਵਾਉਣ ਵਾਸਤੇ, ਗੁਰਬਾਣੀ ਦੀਆਂ ਪੋਥੀਆਂ ਲੈਣ ਵਾਸਤੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਗਏ ਹੋਏ ਹਨ। ਬਾਬਾ ਮੋਹਨ ਜੀ ਨੇ ਮਹਾਰਾਜ ਜੀ ਦਾ ਬਹੁਤ ਸਤਿਕਾਰ ਕੀਤਾ, ਭੁੱਲਾਂ ਬਖਸ਼ਾਈਆਂ, ਬੇਨਤੀਆਂ ਕੀਤੀਆਂ, ਅੱਗੋਂ ਵਾਸਤੇ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਜੀ। ਉਹਦੇ ਤੋਂ ਬਾਅਦ ਬਾਬਾ ਮੋਹਰੀ ਜੀ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਘਰ ਚਰਨ ਪਾਓ। ਸੱਚੇ ਪਾਤਸ਼ਾਹ ਮਹਾਰਾਜ ਬਾਬਾ ਮੋਹਰੀ ਜੀ ਦੇ ਘਰ ਗਏ, ਲੰਗਰ ਛਕਿਆ, ਭੋਜਨ ਛਕਿਆ, ਸਿੱਖ ਸੰਗਤਾਂ ਨੂੰ ਲੰਗਰ ਵਰਤਿਆ। ਜਦੋਂ ਮਹਾਰਾਜ ਚੱਲਣ ਦੀ ਆਗਿਆ ਮੰਗ ਰਹੇ ਆ ਨਾ, ਬਾਬਾ ਮੋਹਰੀ ਜੀ ਮਹਾਰਾਜ ਨੂੰ ਕਹਿੰਦੇ, ਮਹਾਰਾਜ ਸਾਡਾ ਮਨ ਕਰਦਾ ਹੈ ਆਪ ਸਦਾ ਹੀ ਗੋਇੰਦਵਾਲ ਸਾਹਿਬ ਰਹੋ। ਮਹਾਰਾਜ ਅਸੀਂ ਇੱਥੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਰਵਾਂਗੇ, ਆਪ ਜੀ ਮਹਾਰਾਜ ਗੋਇੰਦਵਾਲ ਸਾਹਿਬ ਵਿੱਚ ਹੀ ਰਹੋ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਿਆ ਆਪਣੇ ਮਾਮਾ ਜੀ ਨੂੰ, ਬਾਬਾ ਜੀ ਸਾਡੀ ਜ਼ਿੰਮੇਵਾਰੀ ਸਾਡੇ ਪਿਤਾ ਜੀ ਸ੍ਰੀ ਅੰਮ੍ਰਿਤਸਰ ਦੀ ਧਰਤੀ ਤੇ ਲਾ ਕੇ ਗਏ ਹੈ, ਸਾਡਾ ਉੱਥੇ ਜਾਣਾ ਜ਼ਰੂਰੀ ਹੈ, ਅੱਗੋਂ ਜਿਵੇਂ ਤੁਸੀਂ ਕਹੋ ਉਵੇਂ ਕਰਾਂਗੇ। ਬਾਬਾ ਮੋਹਰੀ ਜੀ ਨੇ ਫਿਰ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ 3 ਦਿਨ ਤੇ ਜ਼ਰੂਰ ਰਹੋ ਇੱਥੇ। 3 ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਰਹੇ। ਬੇਅੰਤ ਸਿੱਖ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਏ, ਬਹੁਤ ਖੁੱਲ੍ਹੇ ਲੰਗਰ ਵਰਤੇ, ਕਥਾ ਹੋਈ ਹੈ, ਕੀਰਤਨ ਹੋਇਆ, ਸੁੱਖ ਵਰਤੇ ਹਨ। 3 ਦਿਨ ਗੋਇੰਦਵਾਲ ਸਾਹਿਬ ਵਿੱਚ ਰੌਣਕਾਂ ਲੱਗੀਆਂ ਰਹੀਆਂ ਹਨ ਜੀ। ਬਹੁਤ ਦੂਰੋਂ ਦੂਰੋਂ ਜਗਿਆਸੂ ਸਿੱਖ ਗੋਇੰਦਵਾਲ ਸਾਹਿਬ ਵਿੱਚ ਪਹੁੰਚੇ, ਆਸੇ ਪਾਸੇ ਪਿੰਡਾਂ ਦੇ ਲੋਕ ਗੋਇੰਦਵਾਲ ਸਾਹਿਬ ਵਿੱਚ ਪਹੁੰਚੇ। ਬੇਅੰਤ ਸਿੱਖ ਸੰਗਤਾਂ ਨੇ ਗੋਇੰਦਵਾਲ ਸਾਹਿਬ ਵਿਖੇ ਪਹੁੰਚ ਕੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸੋਹਣੇ ਦਰਸ਼ਨ ਕੀਤੇ ਹਨ। ਬਹੁਤ ਆਨੰਦ ਵਰਤਿਆ। ਉੱਥੋਂ ਮਹਾਰਾਜ ਨੇ ਜਦੋਂ ਚੱਲਣ ਦੀ ਆਗਿਆ ਮੰਗੀ ਹੈ, ਬਾਬਾ ਮੋਹਨ ਜੀ ਸਾਧ ਸੰਗਤ ਜੀ, ਵਾਹਿਗੁਰੂ ਬਾਬਾ ਮੋਹਰੀ ਜੀ ਦੇ ਪੁੱਤਰ, ਉਹਨਾਂ ਦੇ ਪੁੱਤਰ ਬਾਬਾ ਆਨੰਦ ਜੀ, ਉਹ ਵੀ ਮਹਾਰਾਜ ਜੀ ਨੂੰ ਮਿਲੇ ਆ। ਜਦੋਂ ਮਹਾਰਾਜ ਉੱਥੇ ਗੁਰੂ ਅਮਰਦਾਸ ਜੀ ਦੇ ਅਸਥਾਨ 'ਤੇ ਨਮਸਕਾਰ ਕਰਨ ਗਏ, ਉੱਥੇ ਫਿਰ ਰਾਮਕਲੀ ਸਾਧ ਸੰਗਤ ਜੀ ਉਹ ਉਚਾਰੀ ਬਾਬਾ ਸੁੰਦਰ ਜੀ ਨੇ, ਮਹਾਰਾਜ ਜੀ ਨੇ ਉਹ ਵੀ ਸਾਰੀ ਲਿਖਵਾ ਲਈ। ਸਿੱਖਾਂ ਨੂੰ ਰਾਮਕਲੀ ਸੱਦ ਦਾ ਮਹਾਤਮ ਦੱਸਿਆ। ਜੇ ਕਿਸੇ ਦੇ ਅੰਤਮ ਸਮਾਂ ਹੋਵੇ, ਉਹ ਰਾਮਕਲੀ ਸੱਦ ਦਾ ਪਾਠ ਕਰੇ, ਜਮਾਂ ਦੀ ਪੀੜ ਉਹਨੂੰ ਸਦਾ ਵਾਸਤੇ ਛੱਡ ਕੇ ਚਲੇ ਜਾਏਗੀ। ਗੁਰਬਾਣੀ ਦਾ ਬਹੁਤ ਵੱਡਾ ਮਹਾਤਮ ਹੈ ਸਾਧ ਸੰਗਤ ਜੀ। ਜਿਹੜੀ ਜਮਾਂ ਦੀ ਪੀੜ ਹੈ ਨਾ ਜੀ, ਇਹ ਬਹੁਤ ਵੱਡੀ ਹੈ, ਬਹੁਤ ਵੱਡੀ, ਬਹੁਤ ਭਿਆਨਕ, ਬਹੁਤ ਦੁਖਦਾਈ ਹੈ। ਗੁਰਬਾਣੀ ਜੀ ਦਾ ਪਾਠ ਕਰਨ ਨਾਲ ਮਹਾਰਾਜ ਕਹਿਣ ਲੱਗੇ ਦੂਰ ਹੋ ਜਾਏਗੀ। ਗੱਜ ਕੇ ਆਖੋ ਵਾਹਿਗੁਰੂ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਸਭ ਪਰਿਵਾਰ ਨੂੰ ਮਿਲ ਕੇ, ਸਭਨਾਂ ਨੂੰ ਦਰਸ਼ਨ ਦੇ ਕੇ ਹੁਣ ਮਹਾਰਾਜ ਸੁਦਾਸਰ ਨੂੰ ਤੁਰਨ ਲੱਗੇ ਆ। ਉਹ ਹੁਣ ਕਥਾ ਬੜੇ ਪਿਆਰ ਦੇ ਨਾਲ ਆਪ ਦੀ ਸਰਵਣ ਕਰੀਏ। ਸਭ ਸਿੱਖ ਸੰਗਤ ਦੋਵੇਂ ਹੱਥ ਜੋੜੋ, ਗੱਜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਹਿਓ ਮੋਹਰੀ ਸੋ ਇੱਕ ਖਾਸਾ, ਹਿਤ ਪੋਥਨ ਕੇ ਦੇਹੋ ਮੰਗਾਏ। ਮਹਾਰਾਜ ਸੱਚੇ ਪਾਤਸ਼ਾਹ ਬਾਬਾ ਮੋਹਰੀ ਜੀ ਨੂੰ ਕਹਿਣ ਲੱਗੇ, ਮਹਾਰਾਜ ਕਹਿਣ ਲੱਗੇ, ਬਾਬਾ ਮੋਹਰੀ ਜੀ ਇੱਕ ਪਾਲਕੀ ਸਾਹਿਬ ਮੰਗਾ ਦਿਓ। ਕਹਿਣ ਲੱਗੇ, ਖਾਸੇ ਦਾ ਅਰਥ ਪਾਲਕੀ ਹੈ ਜੀ, ਇੱਕ ਸੋਹਣੀ ਪਾਲਕੀ ਸਾਨੂੰ ਮੰਗਵਾ ਦਿਓ। ਕਹਿਣ ਲੱਗੇ, ਮਾਨ ਬਾਕ ਤਤਕਾਲ ਅਨਾਇਓ ਹੋ, ਤਿਸ ਪਰ ਪੁਸਤਕ ਧਰੇ ਬਨਾਏ। ਕਾਰਨ ਮਹਾਰਾਜ ਕਹਿਣ ਲੱਗੇ, ਅਸੀਂ ਪੋਥੀ ਸਾਹਿਬਾਨ ਜਿਹੜੀਆਂ ਨੇ ਉਹ ਪਾਲਕੀ ਸਾਹਿਬ 'ਚ ਰੱਖ ਕੇ ਲੈ ਕੇ ਜਾਣੀਆਂ ਨੇ। ਬਾਬਾ ਮੋਹਰੀ ਜੀ ਨੇ ਸਤ ਬਚਨ ਕੀਤਾ, ਇੱਕ ਸੋਹਣੀ ਪਾਲਕੀ ਸਾਹਿਬ ਤੁਰੰਤ ਹੀ ਮੰਗਵਾਈ।
ਉਹਦੇ ਵਿੱਚ ਸਭ ਪੋਥੀਆਂ ਸੁਭਾਈਮਾਨ ਕਰ ਦਿੱਤੀਆਂ ਜੀ। ਵੇਖ ਲਓ ਕਿੰਨਾ ਸਤਿਕਾਰ ਹੈ। ਗੁਰੂ ਅਰਜਨ ਸਾਹਿਬ ਪਾਲਕੀ ਸਾਹਿਬ 'ਚ ਆਏ ਸਨ ਜੀ। ਤੁਸੀਂ ਕਥਾ ਜਿੰਨਾ ਧਿਆਨ ਨਾਲ ਸੁਣੀ ਉਹਨਾਂ ਨੂੰ ਪਤਾ ਹੋਏਗਾ। ਪਰ ਜਿਸ ਪਾਲਕੀ ਸਾਹਿਬ ਵਿੱਚ ਮਹਾਰਾਜ ਆਪ ਆਏ ਹੈ ਨਾ, ਉਸ ਪਾਲਕੀ ਸਾਹਿਬ ਵਿੱਚ ਨਹੀਂ ਪੋਥੀਆਂ ਰਖਵਾਈਆਂ ਜੀ, ਨਵੀਂ ਪਾਲਕੀ ਮੰਗਵਾਈ ਹੈ ਜੀ। ਹਾਂਜੀ, ਕਿੰਨਾ ਮਹਾਰਾਜ ਬਾਣੀ ਦਾ ਅਦਬ ਕਰਦੇ ਨੇ ਜੀ। ਹਾਂਜੀ, ਸਿੱਖਿਆਨ ਹਰਖ ਸਿਕੰਦ ਉਠਾਇਓ ਹੋ ਧੁਨ ਸੰਖਨ ਕੀ ਅਧਿਕ ਉਠਾਏ। ਮਹਾਰਾਜ ਨੇ ਸਿੱਖਾਂ ਨੂੰ ਹੁਕਮ ਕੀਤਾ ਜੀ। ਉਹਨਾਂ ਨੇ ਫਿਰ ਉਹ ਪਾਲਕੀ ਸਾਹਿਬ ਆਪਣੇ ਮੋਢਿਆਂ ਤੇ ਚੁੱਕ ਲਈ। ਬਹੁਤ ਸੰਖ ਪੂਰੇ ਗਏ, ਬਹੁਤ ਉੱਥੇ ਟੱਲੀਆਂ ਵੱਜੀਆਂ, ਜੈ ਜੈਕਾਰ ਕੀਤੀ ਗਈ ਜੀ ਬਾਣੀ ਦੀ ਜੀ। ਕਹਿੰਦੇ ਮਹਾਰਾਜ ਨੇ ਸ਼ਬਦ ਵੀ ਉਚਾਰਿਆ ਸੀ, ਇਹ ਬਾਣੀ ਕਿੱਥੋਂ ਆਈ ਹੈ? ਇਹ ਧੁਰ ਕੀ ਬਾਣੀ ਹੈ, ਇਹ ਧੁਰੋਂ ਬਾਣੀ ਆਈ ਹੈ, ਇਹਦਾ ਸਤਿਕਾਰ ਬਹੁਤ ਜ਼ਰੂਰੀ ਹੈ। ਬਹੁਤ ਟੱਲੀਆਂ ਸ਼ੰਖ ਵੱਜੇ ਉਸ ਸਮੇਂ। ਸਿੱਖਾਂ ਨੇ ਪਾਲਕੀ ਸਾਹਿਬ ਮੋਢੇ ਤੇ ਰੱਖ ਲਈ ਜੀ। ਹਾਂਜੀ, ਤੁਰਹੀ ਲਗ ਦੁੰਦਬ ਬਜਵਾਏ ਜੈ ਜੈ ਸ਼ਬਦ ਪਾਇਓ ਚੌਹੋਂ ਘਾਏ। ਬਹੁਤ ਸਾਧ ਸੰਗਤ ਜੀ ਉੱਥੇ ਤੂਤੀਆਂ, ਨਫੀਰੀਆਂ, ਛੋਟੇ ਛੋਟੇ ਨਗਾਰੇ ਵੱਜੇ ਬਾਣੀ ਦੇ ਸਤਿਕਾਰ ਵਿੱਚ। ਇਹ ਸਮਝੋ ਵੀ ਬਾਣੀ ਦੀਆਂ ਪੋਥੀਆਂ ਦਾ ਪਹਿਲਾ ਨਗਰ ਕੀਰਤਨ ਸੀਗਾ ਜੀ, ਜਿਹੜਾ ਮਹਾਰਾਜ ਆਪ ਕਢਾ ਰਹੇ ਨੇ। ਤੇ ਜੈ ਜੈਕਾਰ ਹੋ ਰਹੀ, ਧੁਰ ਕੀ ਬਾਣੀ ਆਈ, ਧੁਰ ਕੀ ਬਾਣੀ ਆਈ। ਧੁਰ ਕੀ ਬਾਣੀ ਆਈ, ਧੁਰ ਕੀ ਬਾਣੀ ਆਈ। ਤਿਨ ਸਗਲੀ ਚਿੰਤ ਮਿਟਾਈ, ਤਿਨ ਸਗਲੀ ਚਿੰਤ ਮਿਟਾਈ। ਤੇ ਸਿੱਖ ਸ਼ਬਦ ਪੜ੍ਹਦੇ ਆ, ਪਰਮੇਸ਼ਰ ਕਾ ਥਾਨ ਪੋਥੀ, ਪਰਮੇਸ਼ਰ ਕਾ ਥਾਨ। ਜੈ ਜੈਕਾਰ ਹੋ ਰਹੇ ਹੈ। ਪਾਲਕੀ ਸਾਹਿਬ ਮੋਢਿਆਂ ਤੇ ਸਜਾ ਲਈ ਸਿੱਖਾਂ ਨੇ, ਤੁਰਨਾ ਆਰੰਭ ਕੀਤਾ। ਪਦ ਅਰਬਿੰਦ ਨਗਨ ਹੀ ਗਮਨੇ ਸ਼੍ਰੀ ਅਰਜਨ ਖਾਸੇ ਪਿਛਵਾਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਲਕੀ ਸਾਹਿਬ ਜੀ ਦੇ ਨਾਲ ਨਾਲ ਤੁਰ ਰਹੇ ਹਨ। ਥੋੜਾ ਜਿਹਾ ਪਿੱਛੇ ਰਹਿ ਕੇ ਤੁਰ ਰਹੇ ਨੇ। ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਧ ਸੰਗਤ ਜੀ ਆਪਣੇ ਚਰਨਾਂ 'ਚ ਜੋੜਾ ਨਹੀਂ ਪਾਇਆ ਜੀ। ਸ੍ਰੀ ਗੋਇੰਦਵਾਲ ਸਾਹਿਬ ਤੋਂ ਅੰਮ੍ਰਿਤਸਰ ਤੱਕ ਨਗਨ ਚਰਨ ਆਉਣਾ ਮਹਾਰਾਜ ਨੇ, ਜਿਹਨੂੰ ਆਪਾਂ ਨੰਗੇ ਪੈਰ ਕਹਿੰਦੇ ਆ ਨਾ। ਕਿੰਨਾ ਬਾਣੀ ਦਾ ਸਤਿਕਾਰ ਮਹਾਰਾਜ ਕਰ ਰਹੇ ਜੀ। ਹਾਂਜੀ, ਆਦ ਮੋਹਰੀ ਅਪਰ ਸਕਲ ਹੀ ਕਹਿ ਚੜ੍ਹੋ ਸਿਵ ਕਾ ਸੁਖ ਪਾਏ। ਬਾਬਾ ਮੋਹਰੀ ਜੀ ਤੇ ਹੋਰ ਸਿੱਖ ਮਹਾਰਾਜ ਨੂੰ ਬੇਨਤੀ ਕਰਨ, ਸੱਚੇ ਪਾਤਸ਼ਾਹ ਮਹਾਰਾਜ ਆਪ ਵੀ ਕਿਰਪਾ ਕਰਕੇ ਪਾਲਕੀ ਸਾਹਿਬ 'ਚ ਸੱਜ ਜਾਓ। ਆਪ ਜੀ ਦੀ ਪਾਲਕੀ ਸਾਹਿਬ ਵੀ ਤਿਆਰ ਹੈ। ਹਾਂਜੀ, ਪੰਨਿਓ ਗੁਰੂ ਇਨ ਰੂਪ ਚਤੁਰ ਗੁਰ ਇਨ ਕੋ ਆਦਰ ਜਿਤੋ ਕਰਾਏ। ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿੰਦੇ, ਮੇਰੇ ਪਿਆਰਿਓ ਸਿੱਖੋ, ਇਹਨਾਂ ਨੂੰ ਪੋਥੀਆਂ ਨਾ ਜਾਣੋ। ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਰਾਮਦਾਸ ਸਾਹਿਬ ਤੱਕ ਉਹਨਾਂ ਦਾ ਰੂਪ ਜਾਣੋ। ਕਹਿਣ ਲੱਗੇ ਜਿੰਨਾ ਆਦਰ ਹੋ ਸਕੇ, ਜਿੰਨਾ ਸਤਿਕਾਰ ਹੋ ਸਕੇ, ਮਹਾਰਾਜ ਕਹਿੰਦੇ ਇਹਨਾਂ ਦਾ ਕਰਨਾ ਆਪਾਂ। ਹਾਂਜੀ, ਲੋਕ ਪ੍ਰਲੋਕ ਆਨੰਦ ਤੇ ਤਕ ਲੈ ਹੈ ਬਿਗਨ ਬਿਨਾਸ਼ਨ ਹੋਏ ਸਮੁਦਾਏ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿਣ ਲੱਗੇ, ਜਿਹੜਾ ਬਾਣੀ ਦਾ ਕਰੇਗਾ ਨਾ ਸਤਿਕਾਰ, ਇਸ ਲੋਕ ਵਿੱਚ ਵੀ ਆਨੰਦ ਮਿਲੇਗਾ, ਅਗਲੇ ਲੋਕ ਵਿੱਚ ਵੀ ਆਨੰਦ ਮਿਲੇਗਾ। ਗੁਰਬਾਣੀ ਦਾ ਜਿਹੜਾ ਸਤਿਕਾਰ ਕਰੇਗਾ, ਉਹਦੇ ਬਿਘਨਾਂ ਦਾ ਨਾਸ ਹੋਏਗਾ। ਗੁਰੂ ਅਰਜਨ ਸਾਹਿਬ ਖੁਦ ਨੰਗੇ ਪੈਰ ਨਾਲ ਨਾਲ ਚੱਲ ਰਹੇ ਨੇ ਜੀ। ਸਤਿਗੁਰ ਦਿਓ ਪ੍ਰਤੱਖ ਹਰ ਮੂਰਤ, ਆਪ ਰੱਬ ਸੱਚੇ ਪਾਤਸ਼ਾਹ। ਹੁਣ ਆਪਾਂ ਕਹਿ ਸਕਦੇ ਹਾਂ, ਅਜੇ ਕਿਹੜਾ ਉਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਹੋ ਗਿਆ, ਪੋਥੀਆਂ ਹੀ ਨੇ ਨਾ। ਪਰ ਮਹਾਰਾਜ ਸੱਚੇ ਪਾਤਸ਼ਾਹ ਆਪ ਨਾਲ ਉਵੇਂ ਚੱਲ ਰਹੇ ਨੇ ਜੀ।
ਹਾਂਜੀ। ਏਕ ਕੋਸ ਲਗ ਸਕਲ ਗਏ ਸੰਗ ਪੁਨ ਸ਼੍ਰੀ ਅਰਜਨ ਤਿਸ ਥਿਤ ਤਿਸ ਥਾਨ। ਇੱਕ ਕੋਹ ਤੱਕ ਸਾਰੇ ਤੁਰਦੇ ਗਏ, ਸ਼ਬਦ ਪੜ੍ਹਦੇ ਗਏ। ਸਾਧ ਸੰਗਤ ਜੀ, ਤੂਤੀਆਂ, ਨਫੀਰੀਆਂ, ਦੁੰਦਪ ਨਗਾਰੇ ਜਿਹੜੇ ਆ ਉਹ ਵੱਜ ਰਹੇ ਨੇ। ਇੱਕ ਕੋਹ ਤੱਕ ਗਏ ਤੇ ਮਹਾਰਾਜ ਇੱਕਦਮ ਰੁਕ ਗਏ ਜੀ। ਹਾਂਜੀ। ਚਰਨ ਮੋਹਰੀ ਕੇ ਸਿਰ ਧਰ ਕੇ ਭਾਂਤ ਭਾਂਤ ਕੀ ਬਿਨੈ ਬਖਾਨ। ਮਹਾਰਾਜ ਨੇ ਬਾਬਾ ਮੋਹਰੀ ਜੀ ਨੂੰ ਨਮਸਕਾਰ ਕੀਤੀ ਜੀ। ਹਾਂਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਮੋਹਰੀ ਜੀ ਨੂੰ ਇਸ ਤਰ੍ਹਾਂ ਕਹਿਣ ਲੱਗੇ, ਬਾਬਾ ਜੀ ਹੁਣ ਤੁਸੀਂ ਗੋਇੰਦਵਾਲ ਸਾਹਿਬ ਚੱਲੋ, ਕਹਿਣ ਲੱਗੇ। ਹਾਂਜੀ। ਕਹਿ ਬਹੁ ਬਾਰ ਹਟਾਏ ਪੁਰ ਕੋ ਪੁਨ ਸਭ ਕੋ ਕਰ ਕੈਸਨ ਮਾਨ। ਪਰ ਬਾਬਾ ਮੋਹਰੀ ਜੀ ਕਹਿੰਦੇ, ਮਹਾਰਾਜ ਥੋੜਾ ਜਿਹਾ ਹੋਰ ਅੱਗੇ ਛੱਡ ਆਉਂਦੇ ਆ। ਅਸਲ ਵਿੱਚ ਨਾ ਬਾਬਾ ਮੋਹਰੀ ਜੀ ਦਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਵਿਛੜਨ ਨੂੰ ਜੀ ਨਹੀਂ ਕਰਦਾ ਜੀ। ਪਿਆਰ ਇੰਨਾ ਮਿਲਦਾ ਜੀ। ਜਿੱਥੇ ਪਿਆਰ ਹੋਵੇ ਨਾ ਜੀ, ਉੱਥੇ ਬਾਰ-ਬਾਰ ਮਿਲਣ ਨੂੰ ਜੀ ਕਰਦਾ। ਜਿੱਥੇ ਵੇਖਣਾ ਹੀ ਨਹਿਰੀ ਅੱਖੀਂ, ਉੱਥੇ ਕਾਹਦਾ ਵੇਖਣਾ ਬੰਦੇ ਨੇ ਜਾਣਾ ਜੀ। ਹਾਂਜੀ। ਪਿਆਰ ਬਾਬਾ ਮੋਹਰੀ ਜੀ ਦਾ ਜੀ ਨਹੀਂ ਕਰਦਾ ਗੁਰੂ ਅਰਜਨ ਸਾਹਿਬ ਜੀ ਤੋਂ ਦੂਰ ਹੋਣ ਨੂੰ ਜੀ। ਮਹਾਰਾਜ ਕਹਿੰਦੇ, ਬਾਬਾ ਜੀ ਹੁਣ ਤੁਸੀਂ ਵਾਪਸ ਚੱਲੋ। ਬਾਬਾ ਜੀ ਕਹਿੰਦੇ, ਨਹੀਂ ਮਹਾਰਾਜ ਥੋੜਾ ਜਿਹਾ ਹੋਰ ਜਾ ਲੈਂਦੇ ਹੋ ਅੱਗੇ। ਮਹਾਰਾਜ ਕਹਿੰਦੇ, ਨਹੀਂ ਜਾਓ। ਕਹਿੰਦੇ ਆ, ਕਹਿ ਬਹੁ ਬਾਰ ਹਟਾਏ ਪੁਰ ਕੋ, ਬਾਰ ਬਾਰ ਕਹਿ ਕੇ, ਕਈ ਵਾਰੀ ਕਹਿ ਕੇ ਮਹਾਰਾਜ ਨੇ ਤੋਰਿਆ ਵੀ ਹੁਣ ਤੁਸੀਂ ਗੋਇੰਦਵਾਲ ਸਾਹਿਬ ਜਾਓ। ਹਾਂਜੀ। ਮੋਰਨ ਕਰੇ ਆਪ ਪਗ ਗਮਨੇ ਸੰਖਨ ਅਰਜੈ ਸ਼ਬਦ ਬਖਾਨ। ਤੇ ਬਾਬਾ ਮੋਹਰੀ ਜੀ ਨੇ ਫਿਰ ਨਮਸਕਾਰ ਕੀਤੀ ਤੇ ਸਤ ਬਚਨ ਕਰਕੇ ਮੁੜ ਪਏ ਜੀ। ਆਪ ਮਹਾਰਾਜ ਨੰਗੇ ਚਰਨ ਨਾਲ ਚੱਲ ਰਹੇ ਨੇ, ਰਸਤੇ 'ਚ ਸੰਖ ਵੱਜ ਰਹੇ ਨੇ, ਜੈ ਜੈਕਾਰ ਹੋ ਰਹੀ ਹੈ ਜੀ। ਹਾਂਜੀ। ਮੰਦ ਮੰਦ ਚਲ ਉਤਸਵ ਕਰਤੇ ਗ੍ਰਾਮ ਖਡੂਰ ਪਹੁੰਚੇ ਜਾਏ। ਹੌਲੀ ਹੌਲੀ ਸਹਿਜੇ ਸਹਿਜੇ ਚੱਲਦਿਆਂ ਚੱਲਦਿਆਂ ਗੁਰੂ ਅਰਜਨ ਸਾਹਿਬ ਨਾਲ ਹਨ, ਸਿੱਖ ਸੰਗਤਾਂ ਨਾਲ ਨੇ। ਤੇ ਕਿੱਥੇ ਪਹੁੰਚੇ ਆ? ਖਡੂਰ ਸਾਹਿਬ ਪਹੁੰਚੇ ਆ ਜੀ। ਵੇਖੋ ਨਾ ਜੀ, ਗੋਇੰਦਵਾਲ ਸਾਹਿਬ ਤੋਂ ਅੰਮ੍ਰਿਤਸਰ ਆਉਣਾ ਤੇ ਰਸਤੇ ਵਿੱਚ ਤੇ ਖਡੂਰ ਸਾਹਿਬ ਆਏਗਾ ਹੀ ਆਏਗਾ ਜੀ। ਹੁਣ ਕਈ ਸੜਕਾਂ ਬਣੀਆਂ, ਉਦੋਂ ਮੇਨ ਹੀ ਰਾਹ ਹੁੰਦੇ ਸੀਗੇ ਜੀ। ਮਹਾਰਾਜ ਸ੍ਰੀ ਖਡੂਰ ਸਾਹਿਬ ਆਏ ਜੀ। ਹਾਂਜੀ। ਸ਼੍ਰੀ ਅੰਗਦ ਜੀ ਜਹਾਂ ਦੇਹੁਰਾ ਪ੍ਰੇਮ ਸਹਿਤ ਤਹਿ ਸੀਸ ਨਿਵਾਏ। ਅਸੀਂ ਆਪਣੇ ਟਾਈਮ ਦੀ ਵਿਚਾਰ ਕਰਦੇ ਹਾਂ ਵੀ ਸਾਡੇ ਕੋਲ ਟਾਈਮ ਨਹੀਂ ਹੈਗਾ, ਸਿੱਧਾ ਹੀ ਲੰਘ ਚੱਲਦੇ ਹਾਂ। ਗੁਰੂ ਅਰਜਨ ਸਾਹਿਬ ਨੇ ਇਸ ਤਰ੍ਹਾਂ ਨਹੀਂ ਕੀਤਾ ਜੀ। ਮਹਾਰਾਜ ਨੇ ਵੇਖਿਆ, ਵਾਹਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਇਸ ਤਰ੍ਹਾਂ ਨਹੀਂ ਕੀਤਾ। ਮਹਾਰਾਜ ਨੇ ਵੇਖਿਆ ਵੱਡੇ ਸਤਿਗੁਰਾਂ ਦਾ ਅਸਥਾਨ ਆਇਆ ਹੈ ਜੀ। ਉਸੇ ਵੇਲੇ ਸਿੱਖਾਂ ਨੂੰ ਰੋਕ ਲਿਆ ਜੀ। ਮਹਾਰਾਜ ਆਪ ਗਏ। ਜਿਸ ਜਗ੍ਹਾ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਅੰਗੀਠਾ ਸਾਹਿਬ ਹੈ ਨਾ, ਉਸ ਜਗ੍ਹਾ ਗੁਰੂ ਅੰਗਦ ਦੇਵ ਜੀ ਦਾ ਧਿਆਨ ਧਾਰ ਕੇ ਨਮਸਕਾਰ ਕੀਤੀ ਜੀ। ਹਾਂਜੀ। ਚਾਰ ਪ੍ਰਦਰਸ਼ਨ ਦੇਖ ਪ੍ਰਸਾਦ ਬਹੁ ਕਰ ਅਰਦਾਸ ਸਭਨ ਬਰਤਾਏ। ਚਾਰ ਪ੍ਰਦਰਸ਼ਨ ਦੇ ਪ੍ਰਸਾਦ ਬਹੁ, ਚਾਰ ਪਰਿਕਰਮਾਵਾਂ ਕੀਤੀਆਂ ਮਹਾਰਾਜ ਨੇ। ਹਾਂਜੀ। ਅੱਜ ਕੱਲ੍ਹ ਸਿੱਖ ਕਰਨ ਵੀ ਲੱਗ ਪਏ ਤੇ ਕਹਿਣਗੇ ਜੀ ਇਹ ਪਖੰਡ ਕਰਦਾ ਹੈ, ਗੱਜ ਕੇ ਆਖੋ ਵਾਹਿਗੁਰੂ। ਪਰ ਨਹੀਂ, ਕੋਈ ਜੋ ਮਰਜ਼ੀ ਆਖੇ ਤੇ ਅੰਦਰ ਪ੍ਰੇਮ ਹੈਗਾ ਤੇ ਕਿਸੇ ਦੇ ਵੇਖਿਆ ਸੁਣਿਆ ਰੁਕਿਓ ਨਾ। ਚਾਰ ਪਰਿਕਰਮਾਵਾਂ ਕੀਤੀਆਂ, ਕੜਾ ਪ੍ਰਸ਼ਾਦ ਦੀ ਦੇਗ ਮਹਾਰਾਜ ਜੀ ਨੇ ਵਰਤਾਈ ਔਰ ਅਰਦਾਸ ਸਭਨ ਵਰਤਾਏ। ਅਰਦਾਸ ਕੀਤੀ, ਅਰਦਾਸ ਕਰਕੇ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਗਈ ਸੀ। ਹਾਂਜੀ। ਧਿਆਨ ਧਾਰ ਕਰ ਬਿਨੈ ਭਾਖ ਕਰ ਮਹਾ ਸੋ ਜਸ ਕੋ ਕਥਿਓ ਬਨਾਏ। ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰੂ ਅੰਗਦ ਦੇਵ ਜੀ ਦਾ ਧਿਆਨ ਧਾਰ ਕੇ ਨਾ ਬੇਨਤੀ ਕੀਤੀ, ਨਮਸਕਾਰ ਕੀਤੀ ਤੇ ਮਹਾਰਾਜ ਜੀ ਦਾ ਜਸ ਕੀਤਾ ਜੀ ਉੱਥੇ ਜੀ। ਆਖੋ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਗੱਜ ਕੇ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਮਹਾਨ ਸਥਾਨ ਤੇ ਨਮਸਕਾਰ ਕੀਤੀ ਜੀ। ਹਾਂਜੀ। ਪੁਨ ਕਰੀਰ ਕੋ ਦਰਸ਼ਨ ਕੀਨਸ ਬੰਦਤ ਚਤੁਰ ਪ੍ਰਦਰਸ਼ਨਾ ਦੀਨਾ। ਫਿਰ ਸਾਧ ਸੰਗਤ ਜੀ ਉਸ ਕਕੀਰ ਨੂੰ ਨਮਸਕਾਰ ਕੀਤੀ ਜੀ, ਜਿੱਥੇ ਕਰੀਰ ਨੂੰ ਜੀ, ਕਰੀਰ ਨੂੰ। ਹਾਂਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਥਾਨ ਤੇ ਉਸ ਕਰੀਰ ਨੂੰ ਨਮਸਕਾਰ ਕੀਤੀ ਜੀ।
ਉਹ ਰੁੱਖ ਹੈ ਅੱਜ ਵੀ ਉੱਥੇ ਸੁਭਾਏਮਾਨ ਹੈ, ਭਾਵੇਂ ਉਹਦਾ ਮੋਢੀ ਹੈ, ਜਿਹਦੇ ਸਾਧ ਸੰਗਤ ਜੀ ਕਿੱਲੇ ਦੇ ਨਾਲ ਗੁਰੂ ਅਮਰਦਾਸ ਸਾਹਿਬ ਮਹਾਰਾਜ ਧਰਤੀ ਤੇ ਡਿੱਗੇ ਸਨ ਜੀ। ਹਾਂਜੀ। ਸ਼੍ਰੀ ਅੰਗਦ ਕੋ ਨੰਦਨ ਦਾਤੂ ਸੁਨ ਸੁਨ ਸੁਧ ਸ਼੍ਰੀ ਗੁਰ ਅਰਜਨ ਚੀਨਾ। ਤੇ ਸਾਧ ਸੰਗਤ ਜੀ ਮਹਾਰਾਜ ਆਏ, ਸਿੱਖ ਸੰਗਤਾਂ ਆਈਆਂ, ਹੁਣ ਉੱਥੇ ਹੀ ਰਹਿੰਦੇ ਨੇ। ਬਾਬਾ ਦਾਤੂ ਜੀ ਉੱਥੇ ਰਹਿੰਦੇ ਨੇ। ਬਾਬਾ ਦਾਤੂ ਜੀ ਕੌਣ ਹਨ? ਇਹ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪੁੱਤਰ ਹਨ ਜੀ। ਹਾਂਜੀ। ਬਾਬਾ ਦਾਤੂ ਜੀ ਨੂੰ ਪਤਾ ਲੱਗਾ ਵੀ ਗੁਰੂ ਅਰਜਨ ਦੇਵ ਮਹਾਰਾਜ ਆਏ ਨੇ ਜੀ। ਹਾਂਜੀ। ਹੋਏ ਆਨੰਦ ਬਿਲੰਦ ਹਿਰਦੇ ਮਹਿ ਆਏ ਮਿਲਿਓ ਮਨ ਪ੍ਰੇਮ ਨਵੀਨਾ। ਉਸੇ ਵੇਲੇ ਬਾਬਾ ਦਾਤੂ ਜੀ ਪ੍ਰੇਮ ਚ ਆ ਗਏ। ਸੁਣਦਿਆਂ ਸਾਰੀ ਬਾਬਾ ਜੀ ਪ੍ਰੇਮ ਚ ਆ ਗਏ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਪੁੱਤਰ ਜਦੋਂ ਸੁਣਿਆ ਗੁਰੂ ਅਰਜਨ ਦੇਵ ਮਹਾਰਾਜ ਆਏ ਨੇ, ਆਨੰਦ ਵਿੱਚ ਆ ਗਏ ਤੇ ਉਸੇ ਵੇਲੇ ਹੀ ਤਿਆਰੀ ਕੀਤੀ ਵੀ ਮਹਾਰਾਜ ਨੂੰ ਮਿਲੀਏ ਜਾ ਕੇ। ਹਾਂਜੀ। ਹਿਤ ਸਨ ਮਨ ਅਗਰ ਤੇ ਉਠਕਾਰ ਮਿਲੇ ਪਰਸ ਪਰ ਨਮਤਾ ਕੀਨਾ। ਤੇ ਸਾਧ ਸੰਗਤ ਜੀ ਜਦੋਂ ਬਾਬਾ ਦਾਤੂ ਜੀ ਕੁਝ ਬੰਦਿਆਂ ਨੂੰ ਨਾਲ ਲੈ ਕੇ ਦੌੜੇ ਦੌੜੇ ਆਏ ਨਾ, ਕਿਉਂਕਿ ਪ੍ਰਬੰਧ ਉਹਨਾਂ ਕੋਲ ਸੀਗਾ, ਗੁਰੂ ਅਰਜਨ ਸਾਹਿਬ ਨੇ ਵੇਖਿਆ ਗੁਰੂ ਅੰਗਦ ਦੇਵ ਜੀ ਦੇ ਸਾਹਿਬਜ਼ਾਦਾ ਜੀ ਆਏ ਨੇ, ਮਹਾਰਾਜ ਸਨਮਾਨ ਵਾਸਤੇ ਉੱਠ ਕੇ ਖਲੋ ਗਏ ਜੀ। ਉੱਠ ਕੇ ਖਲੋ ਗਏ। ਹਿਤ ਸਨਮਾਨ ਅਗਰ ਤੇ ਉੱਠ ਕਰ ਮਿਲੇ ਪਰਸਪਰ ਨਮਤਾ ਕੀਨ। ਬੰਦੇ ਦੀ ਧੌਣ 'ਚ ਕਿੱਲਾ ਠੁਕਿਆ ਜੀ ਅੱਜ ਜੀ। ਸਿਰ ਨਹੀਂ ਨਵਾ ਕੇ ਕਿਸੇ ਨੂੰ ਰਾਜੀ ਜੀ। ਹਾਂਜੀ। ਵੇਖੋ ਮਹਾਰਾਜ ਵੱਡੀ ਥਾਂ ਤੇ ਨੇ, ਫਿਰ ਵੀ ਬਾਬਾ ਦਾਤੂ ਜੀ ਨੂੰ ਨਿਮਰਤਾ ਨਾਲ ਮਿਲ ਰਹੇ ਨੇ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ। ਜਬ ਦਾਤੂ ਨੇ ਧਰਿਓ ਚਰਨ ਸਿਰ ਨਿਜ ਕਰ ਪਰ ਸ੍ਰੀ ਗੁਰ ਨੇ ਲੀਨਾ। ਤੇ ਸਾਧ ਸੰਗਤ ਜੀ ਬਾਬਾ ਦਾਤੂ ਜੀ ਨੇ ਵਹਿੰਦਿਆਂ ਵਹਿੰਦਿਆਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਤੇ ਸਿਰ ਹੀ ਰੱਖ ਦਿੱਤਾ ਜੀ। ਉਮਰ 'ਚ ਵੱਡੇ ਨੇ ਜੀ ਬਾਬਾ ਦਾਤੂ ਜੀ, ਗੁਰੂ ਅੰਗਦ ਸਾਹਿਬ ਦੇ ਪੁੱਤਰ ਨੇ ਜੀ। ਵਹਿੰਦਿਆਂ ਵਹਿੰਦਿਆਂ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਤੇ ਸਿਰ ਹੀ ਰੱਖ ਦਿੱਤਾ ਜੀ। ਹਾਂਜੀ। ਆਪ ਨਮੋ ਕਰ ਪਾਸ ਬਿਠਾਏ ਕਹਿਓ ਬਾਕ ਕਿਉ ਅਨੁਚਿਤ ਕੀਨਾ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਫੜ ਕੇ ਨਾ ਜੀ ਤਾਂ ਕੀਤਾ ਜੀ, ਆਪਣੇ ਕੋਲ ਬਿਠਾਇਆ ਬਾਬਾ ਦਾਤੂ ਜੀ ਨੂੰ। ਤੇ ਮਹਾਰਾਜ ਬੜੀ ਨਿਮਰਤਾ ਨਾਲ ਕਹਿਣ ਲੱਗੇ, ਬਾਬਾ ਜੀ ਤੁਸੀਂ ਇਹ ਕੀ ਕੀਤਾ? ਕਹਿਣ ਲੱਗੇ। ਹਾਂਜੀ। ਗੁਰ ਕੇ ਗੁਰ ਗੁਰ ਨੰਦਨ ਹੋ ਤੁਮ ਹਮ ਹੈ ਆਪ ਦਾਸ ਮਨ ਚੀਨਾ। ਗੱਜ ਕੇ ਆਖੋ ਵਾਹਿਗੁਰੂ। ਗੁਰ ਕੇ ਗੁਰ ਗੁਰ ਨੰਦਨ ਹੋ ਤੁਮ। ਸਾਡੇ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ, ਉਹਨਾਂ ਦੇ ਗੁਰੂ ਗੁਰੂ ਅਮਰਦਾਸ ਜੀ, ਅੱਗੋਂ ਗੁਰੂ ਅਮਰਦਾਸ ਜੀ ਦੇ ਗੁਰੂ ਗੁਰੂ ਅੰਗਦ ਦੇਵ ਸਾਹਿਬ, ਤੇ ਤੁਸੀਂ ਉਹਨਾਂ ਦੇ ਪੁੱਤਰ ਹੋ। ਕਹਿਣ ਲੱਗੇ ਕਿੰਨੀ ਵੱਡੀ ਥਾਂ ਤੇ ਹੋ। ਮਹਾਰਾਜ ਕਹਿਣ ਲੱਗੇ ਅਸੀਂ ਤੇ ਤੁਹਾਡੇ ਸੇਵਾਦਾਰ ਹੈਗੇ ਆ ਜੀ। ਹਾਂਜੀ। ਛੋਟੀ ਜੀ ਪਦਵੀ ਮਿਲ ਜੇ ਬੰਦਾ ਭੁੜਕਦਾ ਫਿਰਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਭੁੜਕਦਾ ਫਿਰਦਾ ਜੀ, ਅੱਖਾਂ ਕੱਢਦਾ ਜੀ, ਦੂਜਿਆਂ ਨੂੰ ਦੱਸਦਾ ਵੀ ਮੈਂ ਕੁਝ ਹੈਗਾ ਜੀ। ਤੇ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਆਪ ਗੁਰੂ ਹੋ ਕੇ, ਮਾਲਕ ਹੋ ਕੇ ਬਾਬਾ ਦਾਤੂ ਜੀ ਨੂੰ ਕਹਿੰਦੇ ਅਸੀਂ ਤੁਹਾਡੇ ਸੇਵਾਦਾਰ ਹਾਂ। ਹਾਂਜੀ। ਸੇਵਨ ਉਚਿਤ ਚਰਨ ਰਜ ਰਾਵਰ ਸਦਾ ਤੁਮਾਰੇ ਆਹੈ ਅਧੀਨ। ਕਹਿਣ ਲੱਗੇ ਸਾਡੇ ਵੱਡਿਆਂ ਨੇ ਤੁਹਾਡੇ ਪਿਤਾ ਜੀ ਦੀ ਸੇਵਾ ਕਰਕੇ ਖੁਸ਼ੀਆਂ ਲਈਆਂ, ਸਾਡਾ ਫਰਜ਼ ਹੈਗਾ ਤੁਹਾਨੂੰ ਨਮਸਕਾਰ ਕਰਨੇ। ਕਹਿਣ ਲੱਗੇ ਅਸੀਂ ਤੁਹਾਡੀ ਚਰਨ ਧੂੜ ਲੈਣਾ ਚਾਹੁੰਦੇ ਹਾਂ। ਹਾਂਜੀ। ਸੁਨ ਦਾਤੂ ਕਰ ਜੋਰ ਕਹਿਤ ਭਾ ਆਪ ਸੁਨਹੁ ਮੇਰੋ ਬਿਰਤੰਤ। ਤੇ ਸਾਧ ਸੰਗਤ ਜੀ ਅਜੇ ਮਹਾਰਾਜ ਕਹਿ ਹੀ ਰਹੇ ਆ ਤੇ ਬਾਬਾ ਦਾਤੂ ਜੀ ਬੈਰਾਗ ਕਰਨ ਲੱਗ ਪਏ ਜੀ। ਬਾਬਾ ਦਾਤੂ ਜੀ ਹੱਥ ਜੋੜ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹਿਣ ਲੱਗੇ, ਸੱਚੇ ਪਾਤਸ਼ਾਹ ਮਹਾਰਾਜ ਪਹਿਲਾਂ ਮੇਰੀ ਬੇਨਤੀ ਸੁਣ ਲਓ ਸਾਰੀ। ਗੱਜ ਕੇ ਆਖੋ ਵਾਹਿਗੁਰੂ। ਧਿਆਨ ਨਾਲ ਸੁਣਿਓ ਸੰਗਤ ਜੀ ਇਹ ਸਾਰਾ ਕੁਝ। ਹਾਂਜੀ। ਹਤ ਹੰਕਾਰ ਪਾਇਓ ਮਨ ਮੈਂ ਜੈਸੋ ਅਰ ਤੁਮਰੋ ਆਗਮ ਚਿਤਵੰਤ। ਸੱਚੇ ਪਾਤਸ਼ਾਹ ਮੇਰੇ ਮਨ ਦਾ ਹੰਕਾਰ ਤੁਹਾਡੇ ਕੋਲੋਂ ਹੀ ਦੂਰ ਹੋਣਾ ਸੀਗਾ, ਇਸ ਕਰਕੇ ਮੈਂ ਤੇ ਬੜੇ ਚਿਰ ਦਾ ਤੁਹਾਨੂੰ ਉਡੀਕ ਰਿਹਾ ਸਾਂ ਇੱਥੇ। ਕਹਿਣ ਲੱਗੇ ਮਹਾਰਾਜ ਮੈਂ ਤੇ ਬਹੁਤ ਸਮੇਂ ਤੋਂ ਤੁਹਾਨੂੰ ਉਡੀਕ ਰਿਹਾ ਸਾਂ ਇੱਥੇ। ਹਾਂਜੀ।
ਸ੍ਰੀ ਗੁਰ ਅਮਰ ਲੀਨ ਜਪ ਗੁਰਤਾ ਭਈ ਈਰਖਾ ਮੁਝ ਅਤਯੰਤ। ਸੱਚੇ ਪਾਤਸ਼ਾਹ ਜਦੋਂ ਸ੍ਰੀ ਗੁਰੂ ਅਮਰਦਾਸ ਸਾਹਿਬ ਗੁਰੂ ਬਣੇ, ਮੇਰੇ ਮਨ 'ਚ ਬੜੀ ਈਰਖਾ ਆਈ ਸੀਗੀ। ਹਾਂਜੀ। ਤਿਨ ਕੀ ਮਹਿਮਾ ਪਾਵਕ ਸੰਸਾਰ ਸ਼ੁਸ਼ਕ ਤ੍ਰਿਣਨ ਜਿਉ ਰਿਦਾ ਜਰੰਤ। ਗੱਜ ਕੇ ਆਖੋ ਵਾਹਿਗੁਰੂ। ਕਹਿੰਦੇ ਮਹਾਰਾਜ ਜਦੋਂ ਮੈਂ ਗੁਰੂ ਅਮਰਦਾਸ ਜੀ ਦੀ ਮਹਿਮਾ ਸੁਣਦਾ ਸਾਂ ਨਾ, ਮੇਰਾ ਹਿਰਦਾ ਸੜਦਾ ਸੀ। ਕਹਿਣ ਲੱਗੇ ਹੁੰਦਾ ਜੀ ਇਸ ਤਰ੍ਹਾਂ। ਹਾਂਜੀ। ਦੇਸ਼ ਵਿਦੇਸ਼ਨ ਕੀ ਵੱਡ ਸੰਗਤ ਨਰ ਨਾਰੀ ਆਵਹਿ ਸਮੁਦਾਏ। ਕਹਿਣ ਲੱਗੇ ਦੇਸ਼ਾਂ ਵਿਦੇਸ਼ਾਂ ਤੋਂ ਸਿੱਖ ਸੰਗਤਾਂ ਗੁਰੂ ਅਮਰਦਾਸ ਜੀ ਕੋ ਆਉਣ ਲੱਗ ਪਈਆਂ। ਹਾਂਜੀ। ਅਨਿਕ ਉਪਾਇਨ ਪਾਇਨ ਅਰਪੈ ਹੈ ਮਨ ਬਾਂਛਤ ਸਭ ਹੀ ਫਲ ਪਾਏ। ਮਨ ਬਾਂਛਤ ਫਲ ਉਹਨਾਂ ਕੋਲੋਂ ਮਿਲਣ ਲੱਗ ਪਏ, ਬੜੇ ਪਦਾਰਥ ਉਹਨਾਂ ਦੇ ਅੱਗੇ ਚੜਨ ਲੱਗ ਪਏ। ਸੱਚੇ ਪਾਤਸ਼ਾਹ ਗਰੀਬ ਨਵਾਜ ਇਹ ਕੁਝ ਵੇਖ ਵੇਖ ਕੇ ਮੈਂ ਬੜਾ ਦੁਖੀ ਹੁੰਦਾ ਸਾਂ ਮਹਾਰਾਜ। ਮੇਰੇ ਮਨ ਨੂੰ ਚਿੰਤਾ ਲੱਗ ਗਈ, ਫਿਕਰ ਲੱਗ ਗਈ। ਮੈਨੂੰ ਇੱਕ ਮਿੱਤਰ ਮਿਲਿਆ ਮਹਾਰਾਜ ਗੁਰੂ ਅਮਰਦਾਸ ਸਾਹਿਬ ਤੇ ਗੋਇੰਦਵਾਲ ਸਾਹਿਬ ਵਸ ਗਏ। ਮੇਰੇ ਮਿੱਤਰ ਨੇ ਕਿਹਾ ਵੀ ਅਧਿਕਾਰ ਤੇਰਾ ਹੈਗਾ ਗੱਦੀ ਤੇ ਬਹਿਣ ਦਾ। ਮਹਾਰਾਜ ਮੈਂ ਚੁੱਕ ਚ ਆਇਆ। ਗੱਜ ਕੇ ਆਖੋ ਵਾਹਿਗੁਰੂ। ਸੱਚੇ ਪਾਤਸ਼ਾਹ ਜਦੋਂ ਮੈਂ ਚੁੱਕਣਾ ਚ ਆਇਆ ਨਾ, ਤੇ ਮਹਾਰਾਜ ਮੈਂ ਛੇਤੀ ਦੇ ਨਾਲ ਚੱਲ ਕੇ ਆਇਆ ਜਿੱਥੇ ਗੁਰੂ ਅਮਰਦਾਸ ਸਾਹਿਬ ਗੋਇੰਦਵਾਲ ਸਾਹਿਬ 'ਚ ਬੈਠੇ ਹੋਏ ਸਨ। ਮੈਂ ਬੈਠਿਆਂ ਹੋਇਆਂ ਦੇ ਲੱਤ ਮਾਰੀ ਸੀ ਮਹਾਰਾਜ। ਗੱਜ ਕੇ ਆਖੋ ਵਾਹਿਗੁਰੂ। ਵੇਖ ਲਓ ਬਾਬਾ ਦਾਤੂ ਜੀ ਇਮਾਨਦਾਰੀ ਨਾਲ ਆਪਣੀ ਗੱਲ ਦੱਸਣ ਦੇ ਆ। ਜੇ ਬੰਦੇ ਕੋਲੋਂ ਭੁੱਲ ਹੋ ਵੀ ਜਾਏ, ਅੱਗੋਂ ਜਿੱਦ ਦਾ ਬੰਦਾ ਵੀ ਮੈਂ ਨਹੀਂ ਕੀਤਾ ਕੁਛ ਜੀ। ਹਾਂਜੀ। ਬਾਬਾ ਦਾਤੂ ਜੀ ਬਹੁਤ ਇਮਾਨਦਾਰੀ ਨਾਲ ਸਾਰੀ ਗੱਲ ਗੁਰੂ ਅਰਜਨ ਸਾਹਿਬ ਨੂੰ ਦੱਸ ਰਹੇ। ਮਹਾਰਾਜ ਮੈਂ ਉਸ ਸਮੇਂ ਬੇਅਦਬੀ ਕੀਤੀ ਸੀਗੀ। ਗੁਰੂ ਅਮਰਦਾਸ ਸਾਹਿਬ ਸਿੰਘਾਸਣ ਤੋਂ ਹੇਠਾਂ ਹੋ ਗਏ ਸਨ ਮਹਾਰਾਜ ਉਸ ਸਮੇਂ। ਮਹਾਰਾਜ ਵੇਖ ਕੇ ਸਾਰੇ ਸਿੱਖ ਹਾਹਾਕਾਰ ਮਚ ਗਈ ਸੀ ਉਸ ਸਮੇਂ। ਤੇ ਉਸ ਸਮੇਂ ਫਿਰ ਮਹਾਰਾਜ ਗੁਰੂ ਅਮਰਦਾਸ ਜੀ ਨੇ ਕੀ ਕੀਤਾ ਭਲਾ ਮੇਰੇ ਨਾਲ। ਗੁਰੂ ਅਰਜਨ ਦੇਵ ਮਹਾਰਾਜ ਬੜੇ ਧਿਆਨ ਨਾਲ ਸਾਰੀ ਗੱਲ ਸੁਣ ਰਹੇ ਸਨ ਜੀ। ਉਠਤ ਉਠਤ ਭਾਈ ਸੁਧ ਮਮ ਪੱਗ ਪਕਰੇ ਸਾਨੇ ਸਾਨੇ ਮਲ ਮ੍ਰਿਦੁਲ ਤਾਏ। ਸੱਚੇ ਪਾਤਸ਼ਾਹ ਮੇਰੇ ਆ ਪੈਰ, ਆ ਮੇਰੀ ਲੱਤ, ਆ ਪੈਰ, ਜਦੋਂ ਗੁਰੂ ਅਮਰਦਾਸ ਸਾਹਿਬ ਉੱਠੇ ਤੇ ਉੱਠਦਿਆਂ ਸਾਰ ਹੀ ਮੇਰਾ ਪੈਰ ਫੜ ਕੇ ਮਲਣ ਲੱਗ ਪਏ। ਕਹਿਣ ਲੱਗੇ ਹਾਂਜੀ। ਕਹਿਣ ਲਗੇ ਮਮ ਅੰਗ ਨਿਠੁਰ ਵੱਡ ਕਰਤ ਕਰ ਕੋ ਬੈਸ ਬਿਤਾਏ। ਅੱਗੋਂ ਮੈਨੂੰ ਕਹਿਣ ਲੱਗੇ ਬਾਬਾ ਜੀ ਮੇਰੇ ਅੰਗ ਤੇ ਸਖਤ ਹੋਏ ਪਏ ਨੇ ਸੇਵਾ ਕਰ ਕਰਕੇ। ਤੁਹਾਡੇ ਚਰਨ ਜਿਹੜੇ ਆ ਉਹ ਕੋਮਲ ਨੇ, ਕਿਤੇ ਸੱਟ ਤੇ ਨਹੀਂ ਲੱਗੀ। ਕਮਾਲ ਹੋ ਗਈ ਜੀ। ਤੁਮ ਨਿਜ ਬੈਠੇ। ਕਮਾਲ ਹੋ ਗਈ ਜੀ। ਹਾਂਜੀ। ਤੁਸੀਂ ਹਿਸਾਬ ਲਾਓ ਕਿ ਲੱਤ ਮਾਰੀ ਬਾਬਾ ਦਾਤੂ ਜੀ ਨੇ ਜੀ, ਤੇ ਗੁਰੂ ਅਮਰਦਾਸ ਸਾਹਿਬ ਉੱਠ ਕੇ ਤੇ ਉਹਨਾਂ ਦੇ ਚਰਨ ਜਿਹੜੇ ਆ ਨਾ ਉਹ ਮਲਣ ਲੱਗ ਪਏ ਜੀ। ਮਹਾਰਾਜ ਨੇ ਪਤਾ ਕੀ ਕਿਹਾ ਸੀ? ਇੱਕ ਤੋਂ ਸੇਵਾ ਕਰਤ ਰਹਿਓ ਹੂੰ ਦੁਤੀਏ ਬੈਤੇ ਬਿਰਧ ਪਇਓ ਹੂੰ। ਇੱਕ ਤੇ ਕਹਿਣ ਲੱਗੇ ਮੈਂ ਸੇਵਾ ਕਰਦਾ ਰਿਹਾ, ਸੇਵਾ ਕਰ ਕਰਕੇ ਸਰੀਰ ਸਖਤ ਹੋਇਆ ਪਿਆ। ਇੱਕ ਬਜ਼ੁਰਗਾਂ ਹੱਡੀਆਂ ਸਖਤ ਹੋ ਗਈਆਂ। ਇੱਕ ਤੋਂ ਸੇਵਾ ਕਰਤ ਰਹਿਓ ਹੂੰ ਦੁਤੀਏ ਬੈਤੇ ਬਿਰਧ ਪਇਓ ਹੂੰ। ਜਾਂ ਤੇ ਹੈ ਇਹ ਸਰੀਰ ਕਠੋਰਾ, ਇਸ ਕਰਕੇ ਸਰੀਰ ਕਠੋਰਾ। ਕਹਿਣ ਲੱਗੇ ਤੁਹਾਡੇ ਚਰਨ ਕੋਮਲ ਨੇ, ਸੱਟ ਤੇ ਨਹੀਂ ਲੱਗੀ। ਹਾਂਜੀ। ਤੁਮ ਨਿਤ ਬੈਠੇ ਮ੍ਰਿਦ ਪਦ ਪੰਕਜ ਪੀੜਤ ਹੋਏ ਲਾਗ ਮਮ ਅੰਗ। ਗੱਜ ਕੇ ਆਖੋ ਵਾਹਿਗੁਰੂ। ਕਹਿਣ ਲੱਗੇ ਮੇਰੇ ਸਖਤ ਹੱਡੀਆਂ ਦੇ ਨਾਲ ਤੁਹਾਡਾ ਚਰਨ ਵੱਜਾ ਹੈ, ਤੁਹਾਡੇ ਚਰਨ ਨੂੰ ਦਰਦ ਤੇ ਨਹੀਂ ਹੋਈ। ਕਿੰਨੀ ਨਿਮਰਤਾ ਮਹਾਰਾਜ ਵਿੱਚ ਦੀ। ਹਾਂਜੀ। ਕਰੀ ਅਵਗਿਆ ਤੁਮਕੋ ਦੇਖੇ ਉਠਿਓ ਨਾ ਮੈਂ ਆਦਰ ਕੇ ਸੰਗ। ਸੱਚੇ ਪਾਤਸ਼ਾਹ ਭੁੱਲ ਤੇ ਮੇਰੀ ਸੀ। ਇਹ ਬਾਬਾ ਜੀ ਦੱਸ ਰਹੇ, ਬਾਬਾ ਦਾਤੂ ਜੀ ਗੁਰੂ ਅਰਜਨ ਸਾਹਿਬ ਨੂੰ, ਮਹਾਰਾਜ ਭੁੱਲ ਤੇ ਮੇਰੀ ਸੀ, ਪਰ ਉਲਟਾ ਗੁਰੂ ਅਰਜਨ ਸਾਹਿਬ ਗੁਰੂ ਅਮਰਦਾਸ ਸਾਹਿਬ ਕਹਿੰਦੇ ਆ ਮੈਨੂੰ ਵੇਖ ਕੇ ਕਿ ਮੇਰੇ ਕੋਲ ਭੁੱਲ ਹੋ ਗਈ। ਜਦੋਂ ਤੁਸੀਂ ਆਏ ਮੈਨੂੰ ਉੱਠਣਾ ਚਾਹੀਦਾ ਸੀਗਾ। ਹਾਂਜੀ।
जथा जोग ताड़न किए मुझको गुर के नंदन बुद्ध उतांग। ਨਾਲੇ ਬਾਬਾ ਦਾਤੂ ਜੀ ਦੱਸਣ ਤੇ ਨਾਲੇ ਬੈਰਾਗ ਕਰਨ। ਕਹਿੰਦੇ ਮਹਾਰਾਜ ਗੁਰੂ ਅਮਰਦਾਸ ਜੀ ਨੇ ਉਸ ਸਮੇਂ ਮੈਨੂੰ ਕਿਹਾ, ਚੰਗਾ ਕੀਤਾ ਮੇਰੀ ਤਾੜਨਾ ਕੀਤੀ, ਮੈਂ ਯੋਗ ਸਾਂ ਤਾੜਨਾ ਦੇ। ਧੰਨ ਨਿਮਰਤਾ ਜੀ। ਅੱਜ ਸਿੱਖ ਵਿਖਦਾ ਤੇ ਬਹੁਤ ਸ਼ਾਂਤ ਹੈਗਾ ਜੀ, ਪਰ ਪਤਾ ਉਦੋਂ ਹੀ ਲੱਗਦਾ ਜੀ ਜਦੋਂ ਤਿੱਲੀ ਨੂੰ ਰਗੜਿਆ ਜਾਂਦਾ ਨਾ ਜੀ, ਫਿਰ ਹੀ ਪਤਾ ਲੱਗਦਾ ਵੀ ਅੱਗ ਹੈਗੀ ਹੈ ਕਿ ਨਹੀਂ ਹੈਗੀ ਜੀ। ਉੱਤੋਂ ਤੇ ਬੜਾ ਸ਼ਾਂਤ ਹੈਗਾ ਜੀ। ਧੰਨ ਨੇ ਸੱਚੇ ਪਾਤਸ਼ਾਹ, ਕਿੰਨੀ ਨਿਮਰਤਾ ਰੱਖੀ। ਆਖੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਆਪ ਕਰੋ ਫੁਰਮਾਵਨ ਕੋ ਅਬ ਸੇਵਾ ਠਾਨ ਹੋ ਹਿਰਦੈ ਉਮੰਗ। ਤੇ ਅੱਗੋਂ ਗੁਰੂ ਸਾਹਿਬ ਕਹਿਣ ਲੱਗੇ, ਬਾਬਾ ਦਾਤੂ ਜੀ ਕਹਿੰਦੇ ਗੁਰੂ ਅਮਰਦਾਸ ਜੀ ਮੈਨੂੰ ਕਹਿੰਦੇ ਦੱਸੋ ਕੀ ਸੇਵਾ ਕਰਾਂ ਤੁਹਾਡੀ, ਜੋ ਕਹੋਗੇ ਉਹ ਮੈਂ ਤੁਹਾਡੀ ਸੇਵਾ ਕਰਾਂਗਾ। ਹਾਂਜੀ। ਮੈਂ ਗੁਰ ਦਾਸ ਗੁਰੂ ਸੁਤ ਹੋ ਤੁਮ ਗੁਰ ਸਮ ਲਖੋਂ ਆਪ ਕੋ ਨੀਤ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅਮਰਦਾਸ ਸਾਹਿਬ ਬਹੁਤ ਨਿਮਰਤਾ ਚਾਹੇ, ਮੈਨੂੰ ਕਹਿਣ ਲੱਗੇ ਮੈਂ ਤੇ ਤੁਹਾਡਾ ਸੇਵਾਦਾਰ ਹਾਂ, ਤੁਸੀਂ ਸਾਡੇ ਮਾਲਕ ਹੈਗੇ ਹੋ। ਇਹ ਗੱਲਾਂ ਕਹਿਣ ਮਾਤਰ ਨਹੀਂ ਹੈਗੀਆਂ, ਗੁਰੂਆਂ ਨੇ ਇੰਨੀ ਨਿਮਰਤਾ ਕਰਕੇ ਵਿਖਾਈ। ਟਿਕਿਆ ਹੋਇਆ ਹਿਰਦਾ ਇੰਨੀ ਨਿਮਰਤਾ ਰੱਖ ਸਕਦਾ, ਦੂਜਾ ਨਹੀਂ ਰੱਖ ਸਕਦਾ ਜੀ। ਧਿਆਨ ਨਾਲ ਸੁਣਿਓ, ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਟਿਕਿਆ ਹੋਇਆ ਹਿਰਦਾ ਜਿਹੜਾ ਹੈ ਨਾ, ਉਹ ਇੰਨੀ ਨਿਮਰਤਾ ਰੱਖ ਸਕਦਾ, ਦੂਜਾ ਨਹੀਂ ਰੱਖ ਸਕਦਾ। ਕਿਤੇ ਕਰਕੇ ਵੇਖਿਓ ਅਗਲਾ ਅੱਗੋਂ ਕੀ ਬੋਲਦਾ ਹੈ ਜੀ। ਤੇ ਹਿਰਦਾ ਟਿਕਦਾ ਕਿਵੇਂ ਹੈ? ਹਿਰਦਾ ਸੇਵਾ ਤੇ ਸਿਮਰਨ ਕਰਕੇ ਟਿਕਦਾ ਹੈ ਜੀ। ਸੇਵਾ ਸਿਮਰਨ ਵਾਲੇ ਟਿਕਦੇ ਨੇ, ਉਹਨਾਂ ਦਾ ਹਿਰਦਾ ਟਿਕ ਜਾਂਦਾ ਸੰਗਤ ਜੀ। ਕੋਈ ਜੋ ਮਰਜ਼ੀ ਆਖੀ ਜਾਵੇ ਫਿਰ ਉਹਨਾਂ ਉੱਤੇ ਅਸਰ ਨਹੀਂ ਹੁੰਦਾ ਜੀ। ਗੱਜ ਕੇ ਆਖੋ। ਤੇ ਸੱਚੇ ਪਾਤਸ਼ਾਹ ਉਹਨਾਂ ਨੇ ਮੇਰੇ ਨਾਲ ਬੜੀ ਨਿਮਰਤਾ 'ਚ ਬਚਨ ਕੀਤੇ ਜੀ। ਇਹ ਬਾਬਾ ਦਾਤੂ ਜੀ ਆਪਣੇ ਮੁੱਖੋਂ ਗੁਰੂ ਅਰਜਨ ਦੇਵ ਜੀ ਨੂੰ ਸਾਰੀ ਗੱਲ ਦੱਸ ਰਹੇ ਜੀ। ਹਾਂਜੀ। ਮੈਂ ਸੁਨ ਕ੍ਰੋਧਤ ਬਾਕ ਕਹਿਓ ਤਬ ਪਾਲੋ ਆਪਨੋ ਇਸਮੈ ਹੈ ਜਾਨ। ਤੇ ਕਹਿਣ ਲੱਗੇ ਮੈਂ ਉਲਟਾ ਗੁੱਸੇ ਵਿੱਚ ਗੁਰੂ ਅਮਰਦਾਸ ਜੀ ਨੂੰ ਆਖਿਆ ਵੀ ਜੇ ਭਲਾ ਚਾਹੁੰਦੇ ਹੋ ਨਾ ਆਪਣਾ। ਹਾਂਜੀ। ਨਰਨ ਅਚੰਬ ਦਿਖਾਏ ਦੰਬ ਕੀ ਮੋਕੋ ਨਹੀਂ ਸੁਹਾਏ ਮਹਾਨ। ਇਹ ਜਿਹੜਾ ਤੁਸੀਂ ਗੱਦੀ ਲਾਈ ਹੈ ਲੋਕ ਨਮਸਕਾਰਾਂ ਕਰਨ ਦੇ, ਮੈਨੂੰ ਚੰਗਾ ਨਹੀਂ ਲੱਗਦਾ ਸਾਰਾ ਕੁਝ। ਹਾਂਜੀ। ਇਹ ਸਭ ਤਿਆਗ ਅਪਰਥਲ ਗਮਨੋ ਟਿਕਹੁ ਨਾ ਮੇਰੋ ਭਨਿਓ ਪਛਾਨ। ਤੇ ਮੇਰੀ ਗੱਲ ਸੁਣੋ, ਇੱਥੋਂ ਚਲੇ ਜਾਓ। ਕਹਿੰਦਾ ਮਹਾਰਾਜ ਮੈਂ ਆਪ ਆਪਣੇ ਮੁੱਖੋਂ ਗੁਰੂ ਅਮਰਦਾਸ ਜੀ ਨੂੰ ਇਹ ਗੱਲ ਆਖੀ। ਕਈ ਵਾਰੀ ਸਮਾਂ ਲੰਘਣ ਤੋਂ ਬਾਅਦ ਬੰਦੇ ਨੂੰ ਪਤਾ ਲੱਗਦਾ ਜੀ। ਹਾਂਜੀ। ਛਲ ਸੋ ਸਮਪਿਤ ਕੀ ਕਰ ਸੇਵਾ ਗੁਰਤਾ ਲੀਨ ਗਰੀਬੀ ਠਾਨ। ਮਹਾਰਾਜ ਮੈਂ ਸੰਗਤ ਵਿੱਚ ਗੁਰੂ ਜੀ ਨੂੰ ਬਹੁਤ ਕੁਝ ਬੋਲਿਆ ਜੀ। ਮੈਂ ਬਹੁਤ ਕੁਝ ਉਹਨਾਂ ਨੂੰ ਬੁਰਾ ਬੋਲਿਆ। ਮੈਂ ਇਹ ਵੀ ਕਿਹਾ ਤੁਸੀਂ ਧੋਖੇ ਨਾਲ ਗੱਦੀ ਲਈ ਹੈ। ਤੇ ਮਹਾਰਾਜ ਗੁਰੂ ਸਾਹਿਬ ਮੇਰੀ ਗੱਲ ਮੰਨ ਕੇ ਤੇ ਉੱਠ ਕੇ ਚਲੇ ਗਏ ਉੱਥੋਂ। ਕੱਢ ਕੇ ਆਖੋ ਵਾਹਿਗੁਰੂ। ਉਹ ਫਿਰ ਸੰਨ ਸਾਹਿਬ ਵਾਲੀ ਜਗ੍ਹਾ ਤੇ ਆ ਗਏ ਸੀਗੇ ਜੀ। ਹਾਂਜੀ। ਉਹ ਸਾਰੀ ਕਥਾ ਜਿਹੜੀ ਹੈ, ਸਾਖੀ ਜਿਹੜੀ ਹੈ ਤੁਸੀਂ ਸੁਣੀ ਹੋਈ ਹੈ ਜੀ, ਕਿਵੇਂ ਪ੍ਰਸੰਗ ਹੋਇਆ ਸਾਰਾ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਉਹ ਤੇ ਚਲੇ ਗਏ, ਮੇਰੀ ਲੱਤ 'ਚ ਪੀੜ ਹੋਣੀ ਸ਼ੁਰੂ ਹੋ ਗਈ ਮਹਾਰਾਜ। ਉਸ ਦਿਨ ਤੋਂ ਅੱਜ ਤੱਕ ਸੱਚੇ ਪਾਤਸ਼ਾਹ ਮੇਰੀ ਉਸੇ ਲੱਤ ਵਿੱਚ ਪੀੜ ਹੀ ਹੋਈ ਜਾਂਦੀ ਹੈ, ਪੀੜ ਹੀ ਹੋਈ ਜਾਂਦੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਹੁਣ ਦੱਸੋ, ਜਦੋਂ ਮੈਨੂੰ ਪਤਾ ਲੱਗਾ ਕਿ ਗੁਰੂ ਅਮਰਦਾਸ ਸਾਹਿਬ ਸਰੀਰ ਤਿਆਗਣ ਲੱਗੇ ਆ, ਮਹਾਰਾਜ ਮੈਂ ਉਹਨਾਂ ਦੇ ਕੋਲ ਗਿਆ ਸਾਂ। ਮੈਂ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਸੀ, ਮਹਾਰਾਜ ਆਪ ਕਿਰਪਾ ਕਰੋ, ਮੇਰੀ ਲੱਤ ਬੜੀ ਪੀੜ ਹੁੰਦੀ ਹੈ, ਇਹ ਪੀੜ ਹੋਣੋਂ ਹਟ ਜਾਵੇ। ਕੱਜ ਕੇ ਆਖੋ ਵਾਹਿਗੁਰੂ। ਮਹਾਰਾਜ ਪੀੜ ਹੋਣੋਂ ਹਟ ਜਾਵੇ। ਤੇ ਹੇ ਸੱਚੇ ਪਾਤਸ਼ਾਹ ਗਰੀਬ ਨਵਾਜ ਉਸ ਸਮੇਂ
ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕੀਤਾ ਸੀਗਾ, ਸਮਾਂ ਆਏਗਾ ਗੁਰੂ ਅਰਜਨ ਦੇਵ ਸਾਹਿਬ ਗੁਰੂ ਬਣਨਗੇ, ਜਦੋਂ ਉਹ ਖਡੂਰ ਸਾਹਿਬ ਆਉਣਗੇ ਤੂੰ ਉਹਨਾਂ ਨੂੰ ਮੱਥਾ ਟੇਕੀ, ਉਹ ਤੇਰੀ ਪੀੜ ਦੂਰ ਕਰ ਦੇਣਗੇ। ਕਿੱਥੇ ਗੱਲ ਪਹੁੰਚ ਗਈ ਜੀ? ਗੱਜ ਕੇ ਆਖੋ ਵਾਹਿਗੁਰੂ। ਗੱਲ ਦੂਰ ਪਹੁੰਚ ਗਈ ਜੀ, ਬੜਾ ਫਰਕ ਪੈ ਗਿਆ ਜੀ ਗੱਲ ਦਾ ਜੀ। ਮਹਾਰਾਜ ਸੱਚੇ ਪਾਤਸ਼ਾਹ, ਮੈਂ ਤਾਂ ਉਸ ਸਮੇਂ ਤੋਂ ਤੁਹਾਨੂੰ ਉਡੀਕ ਰਿਹਾ, ਉਸ ਸਮੇਂ ਤੋਂ ਤੁਹਾਨੂੰ ਉਡੀਕ ਰਿਹਾ ਸੱਚੇ ਪਾਤਸ਼ਾਹ, ਕਿਹੜਾ ਵੇਲਾ ਹੋਵੇ ਤੇ ਮੈਂ ਮਹਾਰਾਜ ਤੁਹਾਡੇ ਦਰਸ਼ਨ ਕਰਾਂ। ਗੁਰੂ ਅਮਰਦਾਸ ਜੀ ਨੂੰ ਬੇਅਦਬੀ ਕਰਨ ਤੋਂ ਬਾਅਦ ਮੇਰੇ ਨਾਲ ਬੜਾ ਕੁਝ ਹੋਇਆ। ਕਹਿੰਦੇ ਮਹਾਰਾਜ ਮੈਂ ਸਮਾਨ ਲੁੱਟ ਕੇ ਜਦੋਂ ਆਇਆ, ਰਸਤੇ 'ਚ ਡਾਕੂ ਪੈ ਗਏ, ਕੁਝ ਵੀ ਨਹੀਂ ਮੇਰੇ ਕੋਲ ਰਿਹਾ। ਤੇ ਹੁਣ ਮਹਾਰਾਜ ਮੇਰੀ ਦਰਦ ਹੋ ਰਹੀ ਹੈ, ਮੈਨੂੰ ਬਹੁਤ ਜ਼ਿਆਦਾ, ਕਿਰਪਾ ਕਰੋ, ਤੁਹਾਡੀ ਮਿਹਰ ਦੇ ਨਾਲ ਸੱਚੇ ਪਾਤਸ਼ਾਹ ਮੇਰੇ ਕੋਲ ਮੇਰੀ ਇਹ ਦਰਦ ਦੂਰ ਹੋਣੀ ਹੈ। ਖੋਟਾ ਕਰਮ ਮੇਰੇ ਕੋਲੋਂ ਹੋ ਗਿਆ, ਹੁਣ ਮਿਹਰ ਤੇ ਤੁਸੀਂ ਕਰਨੀ ਹੈ ਨਾ। ਤੇ ਅੱਗੋਂ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੋ ਕਹਿੰਦੇ ਆ ਉਹ ਸਾਧ ਸੰਗਤ ਜੀ ਆਪਾਂ ਕੱਲ ਨੂੰ ਸਰਵਣ ਕਰਾਂਗੇ। ਬੰਦੇ ਕੋਲੋਂ ਭੁੱਲੋ ਬੈਠਦੀ ਹੈ, ਫਿਰ ਵੀ ਇਹ ਗੁਰੂ ਦੇ ਪੁੱਤਰ ਨੇ ਜੀ। ਬਾਬਾ ਦਾਤੂ ਜੀ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਨੇ, ਸਮਝ ਆ ਗਈ ਹੈ। ਗੁਰੂ ਅਮਰਦਾਸ ਜੀ ਕੋ ਵਾਪਸ ਚਲੇ ਗਏ ਜੀ। ਹੁਣ ਧਿਆਨ ਨਾਲ ਸੁਣਿਓ ਪਿਆਰਿਓ, ਗੁਰੂ ਸਾਹਿਬ ਤੇ ਸਦਾ ਹੀ ਬਖਸ਼ਿੰਦ ਨੇ ਜੀ, ਸਦਾ ਬਖਸ਼ਿੰਦ ਨੇ ਜੀ। ਮਹਾਰਾਜ ਮਿਹਰ ਕਰਨਗੇ, ਜਿਵੇਂ ਕਰਨਗੇ ਆਪਾਂ ਕੱਲ ਸਰਵਣ ਕਰਾਂਗੇ। ਅੱਜ ਨਵਾਂ ਸਾਲ ਹੈ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਜਨਵਰੀ ਫਰਵਰੀ ਦੇ ਨਵੇਂ ਸਾਲ ਦਾ ਪ੍ਰਚਾਰ ਕਰਨ ਵਾਸਤੇ ਜ਼ੋਰ ਨਹੀਂ ਲੱਗਦਾ, ਆਪੇ ਹੀ ਹੋਈ ਜਾਂਦਾ। ਪਰ ਜਦੋਂ ਸਾਨੂੰ ਆਪਣੇ ਨਵੇਂ ਸਾਲ ਦਾ ਪ੍ਰਚਾਰ ਕਰਨਾ ਪੈਂਦਾ, ਫਿਰ ਜ਼ੋਰ ਲਾਉਣਾ ਪੈਂਦਾ ਵੀ ਅੱਜ ਨਵਾਂ ਸਾਲ ਹੈਗਾ ਜੀ। ਅੰਗਰੇਜ਼ ਇਸ ਧਰਤੀ ਤੇ ਆਏ, ਬਹੁਤ ਕੁਝ ਦੇ ਗਏ ਜੀ ਸਾਨੂੰ ਜੀ। ਇੱਕ ਤੇ ਸਾਨੂੰ ਚਾਹ ਦੇ ਗਏ ਜੀ, ਉਹ ਚਾਹ, ਹਾਂਜੀ, ਇਹ ਜਿਹੜੀ ਚਾਹ ਹੈ ਅੰਗਰੇਜ਼ ਦੇ ਗਏ ਜੀ ਸਾਨੂੰ ਜੀ। ਤੇ ਹੈ ਵੀ ਖਤਰਨਾਕ ਜੀ। ਕਿੰਨੀ ਖਤਰਨਾਕ ਹੈ ਸੁਣਿਓ। ਜਿਹੜਾ ਬੰਦਾ ਚਾਹ ਲਗਾਤਾਰ ਪੀਏਗਾ ਨਾ ਜੀ, 50 ਕੁ ਸਾਲ ਬਾਅਦ ਵੇਖਿਓ ਉਹਦਾ ਲੀਵਰ ਜਿਹੜਾ ਉਹ ਡੈਡ ਹੋ ਜਾਏਗਾ ਜੀ। ਚਾਹ ਤੇ ਸ਼ਰਾਬ ਦਾ ਲਗਭਗ ਇੱਕੋ ਹੀ ਕੰਮ ਹੈਗਾ ਜੀ, ਉਹ ਵੀ ਲੀਵਰ ਹੀ ਖਰਾਬ ਕਰਦੀ ਬੰਦੇ ਦਾ ਜੀ। ਹਾਂਜੀ, ਜਿੱਥੇ ਬਹੁਤ ਕੁਝ ਦੇ ਗਏ ਨਾ ਜੀ, ਉੱਥੇ ਉਹ ਸਾਨੂੰ ਆਪਣੇ ਸਾਲ ਆਪਣੀਆਂ ਤਰੀਕਾਂ ਵੀ ਦੇ ਗਏ ਜੀ। ਭਾਰਤ ਵਰਸ਼ ਦੀ ਧਰਤੀ ਤੇ ਸਾਧ ਸੰਗਤ ਜੀ, ਇਹ ਜਿਹੜਾ ਸਮਾਂ ਸੀਗਾ ਸਾਲਾਂ ਦਾ, ਮਹੀਨਿਆਂ ਦਾ, ਉਹ ਚੇਤ ਤੋਂ ਨਵਾਂ ਸਾਲ ਮੰਨਦੇ ਸੀਗੇ ਜੀ। ਹੁਣ ਥੋੜ੍ਹੀ ਜਾਗਰਤੀ ਆਈ ਹੈ, ਮੀਡੀਆ ਰਾਹੀਂ ਜਾਗਰਤੀ ਆਈ ਹੈ, ਲੋਕ ਚੇਤ ਨੂੰ ਨਵਾਂ ਸਾਲ ਜਿਹੜਾ ਉਹ ਮੰਨਣ ਲੱਗ ਪਏ ਨੇ, ਨਹੀਂ ਤੇ ਬਹੁਤ ਸਾਲ ਉਸ ਤਰ੍ਹਾਂ ਹੀ ਚੱਲਦਾ ਰਿਹਾ ਜੀ। ਤੇ ਸੰਗਤ ਜੀ, ਮਹਾਰਾਜ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਵਿੱਚ ਬੜੇ ਧਿਆਨ ਨਾਲ ਬੇਨਤੀ ਸੁਣਿਓ, ਮੈਂ ਛੇਤੀ ਮਾਫੀ ਮੰਗ ਲਵਾਂਗਾ। ਉਹ ਤੁਸੀਂ ਸੁਣੀ ਸੀ ਨਾ, ਕਥਾ ਕਰਦਾ ਹੁੰਦਾ ਸੀਗਾ ਪੰਡਤ ਮਹਾਰਾਜ ਦੀ ਹਾਜ਼ਰੀ 'ਚ। ਉਸ ਸਮੇਂ ਬ੍ਰਾਹਮਣਾਂ ਕੋਲ ਅਧਿਕਾਰ ਹੁੰਦਾ ਸੀਗਾ, ਸਾਧ ਸੰਗਤ ਜੀ, ਉਹੋ ਹੀ ਮਹੀਨੇ ਦੇ ਆਰੰਭ ਤੇ ਪੂਜਾ ਕਰਾਉਂਦੇ ਹੁੰਦੇ ਸੀਗੇ, ਸੂਰਜ ਦੀ ਪੂਜਾ ਕਰਾਉਂਦੇ ਹੁੰਦੇ ਸੀਗੇ ਜੀ। ਲੋਕ ਸੂਰਜ ਦੀ ਪੂਜਾ ਕਰਦੇ ਹੁੰਦੇ। ਸੰਗਰਾਂਦ ਦਾ ਸੰਬੰਧ ਸੂਰਜ ਨਾਲ ਹੈ ਨਾ ਜੀ। ਸੂਰਜ ਦੀ ਕ੍ਰਾਂਤੀ ਜਦੋਂ ਹੁੰਦੀ ਹੈ ਉਦੋਂ ਸੰਕਰਾਂਤ ਬਣਦੀ ਹੈ, ਸੂਰਯ ਕ੍ਰਾਂਤੀ ਸੰਗਰਾਂਦ। ਸੰਗਰਾਂਦ ਦਾ ਸੰਬੰਧ ਸੂਰਜ ਨਾਲ ਹੈ, ਤੇ ਮੱਸਿਆ ਤੇ ਪੁੰਨਿਆ ਦਾ ਜਿਹੜਾ ਸੰਬੰਧ ਹੈ ਉਹ ਸਾਧ ਸੰਗਤ ਦੀ ਚੰਦਰਮਾ ਦੇ ਨਾਲ ਹੈ। ਬ੍ਰਾਹਮਣ ਹੀ ਪੂਜਾ ਕਰਾਉਂਦੇ ਹੁੰਦੇ ਸੀਗੇ ਜੀ। ਬੰਦੇ ਦੀ ਰਾਸ਼ੀ ਵੇਖ ਕੇ, ਉਹਦੇ ਗ੍ਰਹਿ ਲਗਨ ਵੇਖ ਕੇ ਉਹਨੂੰ ਉਸ ਹਿਸਾਬ ਨਾਲ ਪੂਜਾ ਕਰਾਉਂਦੇ ਹੁੰਦੇ ਸੀਗੇ। ਇਸ ਤਰ੍ਹਾਂ ਲੋਕ ਮਹੀਨਾ ਮਨਾਉਂਦੇ ਹੁੰਦੇ ਸੀਗੇ ਪਹਿਲਾਂ ਜੀ। ਉਹ ਬ੍ਰਾਹਮਣ ਕਥਾ ਕਰਦਾ ਹੁੰਦਾ ਸੀਗਾ, ਮਹੀਨੇ ਦਾ ਫਲ ਆਦੇਸ਼ ਦੱਸਦਾ ਹੁੰਦਾ ਸੀ। ਨਵਾਂ ਸਾਲ ਚੜ੍ਹਿਆ ਤੇ ਬ੍ਰਾਹਮਣ ਜੀ ਵੀ ਟਰ ਗਏ ਜੀ। ਹਾਂਜੀ, ਉਹ ਪਤਾ ਕੀ ਹੋਇਆ ਜੀ, ਇੱਕ ਸਿੱਖ ਉਹਨਾਂ ਨੂੰ ਘਰ ਲੈਣ ਗਿਆ ਜੀ। ਜਿੱਥੇ ਭਾਈ ਸ਼ਾਲੋ ਜੀ ਦਾ ਟੋਭਾ ਹੈ ਨਾ,
ਉੱਥੇ ਉਹਨੇ ਘਰ ਬਣਾਇਆ ਹੋਇਆ ਸੀ, ਖੂਬ ਮਾਇਆ ਆਈ ਸੀ ਉਹਦੇ ਕੋਲ। ਉਹ ਸਿੱਖ ਕਹਿਣ ਲੱਗਾ ਵੀ ਅੱਜ ਕਥਾ ਨਹੀਂ ਕਰਨੀ। ਕਹਿਣ ਲੱਗਾ ਕਥਾ ਤੇ ਕਰਾਂਗਾ, ਪਰ ਗੱਲ ਸੁਣੋ ਧਿਆਨ ਨਾਲ, ਕਥਾ ਮੈਂ ਤਾਂ ਕਰਾਂਗਾ ਜੇ ਮੈਨੂੰ ਗੁਰੂ ਮੰਨੋਗੇ। ਕਹਿੰਦਾ ਜਿਹਦੇ ਕੋਲੋਂ ਕਥਾ ਸੁਣੀਏ ਉਹਨੂੰ ਗੁਰੂ ਮੰਨੀਦਾ ਹੈ। ਗੁਰੂ ਤੇ ਤੁਸੀਂ ਗੁਰੂ ਅਰਜਨ ਸਾਹਿਬ ਨੂੰ ਮੰਨਦੇ ਹੋ, ਕਥਾ ਮੇਰੇ ਕੋਲੋਂ ਸੁਣ ਦਿੰਦੇ ਹੋ, ਤੇ ਮੈਂ ਨਹੀਂ ਆਉਣਾ। ਸਿੱਖ ਨੇ ਆ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਦੱਸਿਆ, ਗੱਜ ਕੇ ਆਖੋ, ਆ ਕੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਦੱਸਿਆ, ਬਾਬਾ ਜੀ ਉਹ ਤੇ ਇਸ ਤਰ੍ਹਾਂ ਕਹਿੰਦਾ ਹੈ। ਬਾਬਾ ਜੀ ਕਹਿਣ ਲੱਗੇ ਅਸੀਂ ਗੁਰੂ ਸਾਹਿਬ ਨੂੰ ਬੇਨਤੀ ਕਰਦੇ ਹਾਂ, ਮੰਜੀ ਸਾਹਿਬ ਦਰਬਾਰ ਸਾਹਿਬ ਅਸਥਾਨ ਤੇ ਸੰਗਮਰਮਰ ਦੀ ਪਾਲਕੀ ਸਾਹਿਬ ਥੜਾ ਬਣਿਆ ਹੋਇਆ, ਮਹਾਰਾਜ ਉੱਥੇ ਬੈਠੇ ਹੋਏ ਸਨ ਉਸ ਸਮੇਂ ਜੀ। ਬਾਬਾ ਜੀ ਕਹਿਣ ਲੱਗੇ ਮਹਾਰਾਜ ਅੱਜ ਬ੍ਰਾਹਮਣ ਨਹੀਂ ਆਇਆ, ਮਹੀਨਾ ਹੈ, ਨਵਾਂ ਸਾਲ ਚੜ੍ਹਿਆ, ਸੱਚੇ ਪਾਤਸ਼ਾਹ ਆਪ ਕਿਰਪਾ ਕਰੋ ਤੇ ਮਹਾਰਾਜ ਉਪਦੇਸ਼ ਦਿਓ ਬਾਣੀ ਦਾ। ਗੁਰੂ ਅਰਜਨ ਸਾਹਿਬ ਕਹਿਣ ਲੱਗੇ ਭਾਈ ਬਾਣੀ ਤੇ ਪਹਿਲਾਂ ਵੀ ਲਿਖੀ ਹੋਈ ਹੈ, ਮਹੀਨਿਆਂ ਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਰਾਗ 'ਚ ਬਾਣੀ ਉਚਾਰੀ ਹੋਈ ਹੈ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਮਹਾਰਾਜ ਉਹਦੇ ਵਿੱਚ ਬੜੇ ਅੰਤਰੀਵ ਭਾਵ ਨੇ, ਬੜੀ ਡੂੰਘੀ ਬਾਣੀ ਹੈ, ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਬਖਸ਼ਿਸ਼ ਕਰੋ, ਸੁਖੈਨ ਬਾਣੀ ਉਚਾਰ ਦਿਓ ਜਿਹੜੇ ਸਿੱਖਾਂ ਨੂੰ ਸੌਖੀ ਸਮਝ ਆ ਜਾਏ ਜੀ। ਤੇ ਫਿਰ ਮਹਾਰਾਜ ਨੇ ਚੇਤ ਵਾਲੇ ਦਿਨ 12 ਮਾਹਾਂ ਦੀ ਬਾਣੀ ਜਿਹੜੀ ਉਹ ਉਚਾਰਨ ਕੀਤੀ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੇ ਪਹਿਲਾਂ ਉਥਾਨਕਾ ਲਿਖੀ ਹੈ, ਉਥਾਨਕਾ ਦੇ ਵਿੱਚ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਬੰਦਾ ਮਾੜੇ ਕੀਤੇ ਕਰਮਾਂ ਕਰਕੇ ਵਾਹਿਗੁਰੂ ਜੀ ਤੋਂ ਵਿਛੜ ਜਾਂਦਾ ਹੈ ਜੀ। ਜਿੰਨੇ ਚੰਗੇ ਕਰਮ ਕਰਦਾ ਰੱਬ ਦੇ ਨੇੜੇ ਹੋਈ ਜਾਂਦਾ ਹੈ, ਜਿੰਨੇ ਮਾੜੇ ਕੰਮ ਕਰਦਾ ਉਹਨਾਂ ਰੱਬ ਤੋਂ ਦੂਰ ਹੋਈ ਜਾਂਦਾ ਹੈ ਜੀ। ਤੁਸੀਂ ਕਥਾ ਸੁਣ ਰਹੇ ਹੋ, ਇਹ ਨੇਕ ਕਰਮ ਹੈ, ਇਹ ਤੁਹਾਨੂੰ ਪਰਮੇਸ਼ਰ ਦੇ ਨੇੜੇ ਲੈ ਕੇ ਜਾ ਰਿਹਾ ਹੈ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ, ਚਾਰ ਕੁੰਟ ਦਹ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸਾਮ। ਧੇਨ ਦੁਧੈ ਤੇ ਬਾਹਰੀ ਕਿਤੈ ਨਾ ਆਵੈ ਕਾਮ, ਜਲ ਬਿਨ ਸਾਖ ਕੋ ਮਿਲਾਵਤੀ ਉਪਜਹਿ ਨਾਹੀ ਦਾਮ। ਹਰ ਨਾਹ ਨ ਮਿਲਿਆ ਸਾਜਨੈ ਕਤ ਪਾਈਐ ਬਿਸਰਾਮ, ਜਿਤ ਘਰ ਹਰ ਕੰਤ ਨਾ ਪ੍ਰਗਟਈ ਭੱਠ ਨਗਰ ਸੇ ਗ੍ਰਾਮ। ਜਿੰਨਾ ਚਿਰ ਤੱਕ ਰੱਬ ਨਾਲ ਬੰਦੇ ਦਾ ਮਿਲਾਪ ਨਹੀਂ ਹੋ ਜਾਂਦਾ, ਬੰਦੇ ਨੇ ਭਟਕਦਾ ਹੀ ਰਹਿਣਾ ਜੀ। ਰੂਹ ਭਟਕਦੀ ਰਹਿਣੀ, ਕਦੀ ਇਸ ਸਰੀਰ 'ਚ ਕਦੀ ਉਸ ਸਰੀਰ 'ਚ। ਹਰ ਨਾਹ ਨਾ ਮਿਲ ਗਿਆ ਸਾਜਨੈ ਕਤ ਪਾਈਐ ਬਿਸਰਾਮ। ਵਾਹਿਗੁਰੂ ਜੀ ਦੇ ਨਾਲ ਮਿਲਾਪ ਕਿਵੇਂ ਹੋਵੇਗਾ? ਉਹਦੀ ਮਿਹਰ ਨਾਲ ਹੋਏਗਾ ਜੀ। ਉਹਦੀ ਮਿਹਰ ਕਿਵੇਂ ਮਿਲਣੀ ਹੈ? ਇਹ ਮਹਾਰਾਜ ਨੇ ਫਿਰ 12 ਮਾਹਾਂ ਬਾਣੀ ਦੇ ਵਿੱਚ ਦੱਸਿਆ, ਇੱਕ ਇੱਕ ਮਹੀਨੇ 'ਤੇ ਦੱਸਿਆ ਕੀ ਕੀ ਕਰਨਾ ਹੈ। ਵੇਖੋ ਸਾਡੇ ਮਹੀਨਿਆਂ ਦੇ ਅਰਥ ਹੀ ਬੜੇ ਸੋਹਣੇ ਨੇ। ਕਿੱਡਾ ਸੋਹਣਾ ਨਾਮ ਹੈ ਚੇਤ। ਚੇਤ ਦਾ ਅਰਥ ਹੈ ਚੇਤੇ ਕਰਨਾ। ਮਹਾਰਾਜ ਕਹਿੰਦੇ ਭਾਈ ਪਿਆਰਿਆ ਵਾਹਿਗੁਰੂ ਨੂੰ ਚੇਤੇ ਕਰ। ਮਹਾਰਾਜ ਕੀ ਹੋਏਗਾ ਵਾਹਿਗੁਰੂ ਨੂੰ ਚੇਤੇ ਕੀਤਿਆਂ? ਮਹਾਰਾਜ ਕਹਿੰਦੇ ਬਹੁਤ ਆਨੰਦ ਬਣੇਗਾ ਤੇਰੀ ਜ਼ਿੰਦਗੀ 'ਚ। ਆਨੰਦ ਹੀ ਬੰਦਾ ਲੱਭਦਾ ਹੈ ਜੀ। ਹੋਰ ਬਹੁਤ ਕੁਝ ਹੋਵੇ, ਕਰੋੜਾਂ ਦੀ ਕੋਠੀ ਵਿੱਚ ਬੈਠਾ ਹੋਵੇ, ਮਨ ਨੂੰ ਸਕੂਨ ਨਾ ਹੋਵੇ, ਆਨੰਦ ਨਾ ਹੋਵੇ, ਬੰਦਾ ਕਹਿੰਦਾ ਮੇਰੀ ਕੋਈ ਜ਼ਿੰਦਗੀ ਆ? ਨਰਕ ਹੈਗੀ ਕਹਿੰਦਾ ਮੇਰੀ ਜ਼ਿੰਦਗੀ। ਮੈਂ ਸੁਣਿਆ ਜੀ ਕਰੋੜਾਂ ਪਤੀ ਬੰਦੇ ਆਪਣੀ ਜ਼ਿੰਦਗੀ ਨੂੰ ਨਰਕ ਕਹਿੰਦੇ ਹੋਏ ਸੁਣੇ ਜੀ। ਕਹਿੰਦੇ ਸਾਡੀ ਜ਼ਿੰਦਗੀ ਹੈ ਕੋਈ ਨਰਕ ਹੈਗੀ ਸਾਡੀ ਜ਼ਿੰਦਗੀ। ਕਹਿੰਦੇ ਮਹਾਰਾਜ ਕਹਿੰਦੇ ਫਿਰ ਜੇ ਨਰਕ ਹੈਗੀ ਹੈ, ਵਾਹਿਗੁਰੂ ਨੂੰ ਜਪ ਕਹਿੰਦੇ ਆਨੰਦ ਬਣੇਗਾ। ਚੇਤ ਗੋਬਿੰਦ ਆਰਾਧਿਐ ਹੋਵੇ ਆਨੰਦ ਕਣਾ। ਜਪੋ ਚੇਤ ਗੋਬਿੰਦ
ਹੋਵੇ ਆਨੰਦ ਕਣਾ ਚੇਤ ਗੋਬਿੰਦ ਆਰਾਧੀਐ ਹੋਵੇ ਆਨੰਦ ਕਣਾ ਚੇਤ ਗੋਬਿੰਦ ਹੋਵੇ ਆਨੰਦ ਕਣਾ ਬਹੁਤ ਆਨੰਦ ਪਰਵਾਏਗਾ। ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਾ। ਮਹਾਰਾਜ ਕਹਿੰਦੇ ਸੰਤਾਂ ਦੀ ਸੰਗਤ ਵਿੱਚ ਮਿਲ ਕੇ ਪ੍ਰਾਪਤੀ ਹੋਏਗੀ, ਬੰਦੇ ਨੂੰ ਸੋਝੀ ਮਿਲੇਗੀ, ਬੰਦਾ ਆਪਦੀ ਜੀਭ ਤੋਂ ਵਾਹਿਗੁਰੂ ਜੀ ਦਾ ਨਾਮ ਜਪੇਗਾ ਜੀ। ਉਂਝ ਵੇਖ ਲਓ, ਤੁਸੀਂ ਵੀ ਘਰ ਬੈਠੇ ਜੇ, ਅਸੀਂ ਵੀ ਘਰ ਬਹਿੰਦੇ ਆ। ਸੱਚੀ ਗੱਲ ਬੰਦਾ ਇਮਾਨਦਾਰੀ ਨਾਲ ਦੱਸੇ, ਘਰ ਬੈਠਿਆਂ ਕਿੰਨੀ ਕੁ ਵਾਰੀ ਮੁੱਖੋਂ ਵਾਹਿਗੁਰੂ ਨਿਕਲਦਾ ਹੈ ਜੀ। ਕੋਈ ਵਿਰਲਾ ਹੀ ਭਾਗਾਂ ਵਾਲਾ ਹੋਏਗਾ ਜੀ ਜਿਹੜਾ ਘਰ ਬੈਠਾ ਵੀ ਵਾਹਿਗੁਰੂ ਵਾਹਿਗੁਰੂ ਜਪੇਗਾ, ਨਹੀਂ ਤੇ ਕੋਈ ਨਹੀਂ ਤੇ ਜਪਦਾ ਜੀ। ਆ ਮੋਬਾਈਲ ਹੀ ਨਹੀਂ ਖੇੜਾ ਛੱਡਦਾ ਜੀ। ਕਹੋ ਪ੍ਰੇਮ ਨਾਲ ਵਾਹਿਗੁਰੂ। ਕਈ ਤਾਂ ਇਹੋ ਜਿਹੀਆਂ ਵੀ ਹਸਤੀਆਂ ਹੈਗੀਆਂ ਸੰਗਤ 'ਚ ਬਹਿ ਕੇ ਵੀ ਨਹੀਂ ਜਪਦੀਆਂ ਜੀ। ਸੰਗਤ 'ਚ ਬਹਿ ਕੇ ਵੀ ਇਹਨਾਂ ਦੇ ਮੁੱਖੋਂ ਵਾਹਿਗੁਰੂ ਨਹੀਂ ਨਿਕਲਦਾ। ਗੱਜ ਕੇ ਆਖੋ ਵਾਹਿਗੁਰੂ। ਉਹ ਨਹੀਂ ਨਿਕਲਣਾ ਜੀ ਵਾਹਿਗੁਰੂ। ਹਾਂਜੀ, ਕਿਉਂ? ਉਹ ਕਰਮ ਨਹੀਂ ਨਾ ਹੈਗੇ ਜੀ। ਰਸਨਾ ਨਾਮ ਪਣਾ ਵਾਲੇ ਕਰਮ ਨਹੀਂ ਹੈਗੇ। ਕਰਮ ਹੋਣ ਤੇ ਮੁੱਖੋਂ ਵਾਹਿਗੁਰੂ ਨਿਕਲੇ ਜੀ। ਕਹੋ ਪ੍ਰੇਮ ਨਾਲ ਵਾਹਿਗੁਰੂ। ਐਸੀਆਂ ਵੀ ਹਸਤੀਆਂ ਹੈਗੀਆਂ ਨੇ ਜੀ। ਮਹਾਰਾਜ ਕਹਿਣ ਲੱਗੇ ਸੰਤਾਂ ਦੀ ਸੰਗਤ, ਗੁਰੂ ਦੀ ਸੰਗਤ ਵਿੱਚ ਜਾ, ਜੀਭ ਤੋਂ ਅਤੇ ਸਿਫਤ ਕਰ, ਉਹਦਾ ਨਾਮ ਜਪ। ਕਹਿਣ ਲੱਗੇ ਜਿਨ ਪਾਇਆ ਪ੍ਰਭ ਆਪਣਾ ਆਏ ਤਿਸਹੇ ਗਣਾ। ਇਸ ਸੰਸਾਰ ਵਿੱਚ ਉਹਨਾਂ ਉਹੋ ਹੀ ਆਏ ਹੋਏ ਗਿਣਤੀ ਵਿੱਚ ਨੇ ਜਿਨ੍ਹਾਂ ਨੇ ਵਾਹਿਗੁਰੂ ਦੀ ਪ੍ਰਾਪਤੀ ਕੀਤੀ। ਦੂਜਾ ਕੋਈ ਗਿਣਤੀ ਵਿੱਚ ਨਹੀਂ ਹੈਗਾ ਜੀ। ਦੂਜਾ ਕਿਸੇ ਗਿਣਤੀ 'ਚ ਨਹੀਂ ਹੈਗਾ ਜੀ। ਜੇ ਕਿਤੇ ਗਿਣਤੀ ਹੋਵੇ ਵੀ ਤੇ ਪਸ਼ੂਆਂ ਵਿੱਚ ਹੁੰਦੀ ਉਹਨਾਂ ਦੀ ਗਿਣਤੀ, ਵੀ ਇਹ ਪਸ਼ੂ ਹੀ ਨੇ ਜੀ। ਮਹਾਰਾਜ ਕਹਿੰਦੇ ਗੁਰਮੰਤਰ ਹੀਣस्य ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਸ਼ਟਣੈ। ਕੂਕਰ ਹੈ ਸੂਕਰ ਹੈ ਕਾਕ ਹੈ ਗਰਦ ਬਹਿ ਸਰਪਨ ਹੈ ਤੁਲ ਖਲਹਿ। ਕੁੱਤਾ ਸੂਰ ਕਾਂ ਗਧਾ ਸੱਪ, ਮਹਾਰਾਜ ਕਹਿੰਦੇ ਉਹ ਬੰਦਾ ਹੈਗਾ ਉਹਨਾਂ ਦੇ ਬਰਾਬਰ ਹੈਗਾ ਜਿਹੜਾ ਵਾਹਿਗੁਰੂ ਦਾ ਨਾਮ ਨਹੀਂ ਜਪਦਾ। ਹੁਣ ਨਾਮ ਜਪਣਾ ਗੱਲ ਹੋਰ ਹੈ ਤੇ ਉਹਦੀ ਪ੍ਰਾਪਤੀ ਹੋ ਜਾਣੀ ਗੱਲ ਹੋਰ ਹੈ ਜੀ। ਰੱਬ ਮਿਲ ਪੈਣਾ ਗੱਲ ਹੋਰ ਹੈਗੀ ਜੀ। ਇੱਥੇ ਉਹਨਾਂ ਦੀ ਗੱਲ ਮਹਾਰਾਜ ਨੇ ਕੀਤੀ ਜਿਹੜੇ ਰੱਬ ਨਾਲ ਮਿਲ ਗਏ ਜੀ। ਇੱਕ ਮਿਕ ਹੋ ਗਏ ਜੀ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸਹੇ ਗਣਾ। ਉਹਨਾਂ ਨੂੰ ਆਇਆ ਹੋਇਆ ਮੰਨਿਆ ਜਾਂਦਾ। ਕਮਾਲ ਦੀ ਗੱਲ। ਅਗਲੀ ਪੰਕਤੀ ਤੇ ਮਹਾਰਾਜ ਨੇ ਸਾਰੇ ਮੁੱਖ ਵਾਕ 'ਚ ਕਮਾਲ ਕੀਤੀ ਜੀ। ਇੱਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਲੈਣਾ। ਮੈਂ ਸੋਚ ਰਿਹਾ ਸਾਂ ਬੈਠਾ ਬੈਠਾ ਵੀ ਇਹ ਪੰਕਤੀ ਬਹੁਤ ਵੱਡੀ ਹੈਗੀ ਜੀ। ਜਿਹਨਾਂ ਦਾ ਮਿਲਾਪ ਹੋ ਜਾਂਦਾ ਨਾ ਵਾਹਿਗੁਰੂ ਜੀ ਦੇ ਨਾਲ, ਇੱਕ ਖਿਨ ਵੀ ਫਿਰ ਉਹ ਰੱਬ ਤੋਂ ਬਗੈਰ ਨਹੀਂ ਰਹਿ ਸਕਦੇ ਜੀ। ਆਮ ਬੰਦੇ ਨੂੰ ਸੋਝੀ ਕੋਈ ਨਹੀਂ ਹੈਗੀ। ਅਸੀਂ ਆਪਣੀ ਗੱਲ ਕਰ ਲਈਏ, ਸਾਨੂੰ ਕਿੰਨੀ ਕੁ ਸੋਝੀ ਹੈਗੀ ਜੀ। ਸੁੱਤਿਆਂ ਪਿਆ ਰੱਬ ਵਿਸਰਦਾ ਕਿ ਨਹੀਂ ਵਿਸਰਦਾ ਜੀ। ਪ੍ਰਸ਼ਾਦਾ ਛਕਣ ਲੱਗਿਆਂ ਉੱਠਦਿਆਂ ਬੈਠਦਿਆਂ ਰੱਬ ਭੁੱਲਿਆ ਹੀ ਰਹਿੰਦਾ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿੰਦੇ ਆ ਇੱਕ ਖਿਨ ਵੀ ਉਸ ਵਾਹਿਗੁਰੂ ਤੋਂ ਬਗੈਰ ਜਿਉਣਾ ਗੁਰਮੁਖਾਂ ਵਾਸਤੇ ਇੰਝ ਜਿਵੇਂ ਜਨਮ ਹੀ ਵਿਅਰਥ ਹੋ ਗਿਆ ਜੀ। ਇੱਕ ਕੁ ਘੰਟਾ ਅਭਿਆਸ ਕਰੋ ਵੀ ਮੈਂ ਵਾਹਿਗੁਰੂ ਨੂੰ ਨਹੀਂ ਭੁੱਲਣਾ ਜੀ, ਤੇ ਮਾਫ ਕਰਿਓ ਬੰਦੇ ਵਾਸਤੇ ਔਖਾ ਹੋ ਜਾਂਦਾ ਜੀ। ਕਦੀ ਕੋਈ ਚੀਜ਼ ਚੇਤਾ ਆ ਜਾਂਦੀ, ਕਦੀ ਕੋਈ ਜੀ। ਮੈਂ ਗੱਡੀ ਵਿੱਚ ਬੈਠਾ ਸੋਚਾਂ ਵੀ ਇੱਕ ਕੁ ਘੰਟਾ ਇਹੋ ਹੀ ਸੋਚਣਾ ਵੀ ਰੱਬ ਪਰਮੇਸ਼ਰ ਬਾਰੇ ਸੋਚਣਾ। ਕਦੀ ਫੋਨ ਆ ਜਾਏ ਜੀ, ਕਦੀ ਸਾਹਮਣੇ ਇਸ਼ਤਿਹਾਰ ਵੱਲ ਧਿਆਨ ਚੱਲ ਜੇ, ਕਦੀ ਕਿਸੇ ਵੱਲ ਚੱਲ ਜੇ ਜੀ।
ਪਰ ਜਿਨ੍ਹਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ, ਇੱਕ ਖਿੰਨ ਵੀ ਉਹਨਾਂ ਦਾ ਵਾਹਿਗੁਰੂ ਤੋਂ ਬਗੈਰ ਨਹੀਂ ਚ ਲੰਘਦਾ। ਪਰ ਗੱਲ ਸ਼ੁਰੂ ਕਿੱਥੋਂ ਹੁੰਦੀ ਸਾਰੀ ਜੀ? ਗੱਲ ਉਹਦੇ ਨਾਮ ਅਰਾਧਨ ਤੋਂ ਹੁੰਦੀ ਜੀ। ਸੋ ਮਹਾਰਾਜ ਗਰੀਬ ਨਵਾਜ ਕਿਰਪਾ ਕਰਨ। ਮਹਾਰਾਜ ਕਹਿੰਦੇ ਬਹੁਤ ਆਨੰਦ ਬਣੇਗਾ, ਰਸ ਬਣੇਗਾ। ਪਿਆਰਿਓ ਉਸ ਵਾਹਿਗੁਰੂ ਨੂੰ ਚੇਤਾ ਕਰਿਆ ਕਰੋ। ਆਖੋ ਵਾਹਿਗੁਰੂ 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 ਵਾਹਿਗੁਰੂ। ਸੱਚੇ ਪਾਤਸ਼ਾਹ ਮਿਹਰ ਕਰਨ। ਆਓ ਪੰਗਤੀ ਕਰੋ, ਫਿਰ ਖਿਮਾ ਮੰਗੀਏ। ਚੇਤ ਗੋਬਿੰਦ ਅਰਾਧੀਐ, ਹੋਵੇ ਆਨੰਦ ਕਣਾ। ਚੇਤ ਐ ਗੱਜ ਕੇ ਕਿਤੇ ਮਨ ਨੂੰ ਸੁਣਾਉਣਾ ਹੈ। ਸਾਰਾ ਜ਼ੋਰ ਲਾਇਆ ਹੁੰਦਾ ਬੰਦੇ ਨੇ ਵੀ ਆਵਾਜ਼ ਸੁਣੇ ਮੇਰੀ ਦੀ ਦੂਰ ਦੂਰ ਤੱਕ ਜੀ, ਤੇ ਬਾਣੀ ਤੇ ਮਨ ਨੂੰ ਸੁਣਾਉਣੀ ਹੈ ਜੀ। ਚੇਤ ਗੋਬਿੰਦ ਅਰਾਧੀਐ, ਹੋਵੇ ਆਨੰਦ ਕਣਾ। ਚੇਤ ਹੋਵੇ ਆਨੰਦ। ਚੇਤ ਗੋਬਿੰਦ ਅਰਾਧੀਐ, ਹੋਵੇ ਆਨੰਦ ਕਣਾ। ਹੋਵੇ ਆਨੰਦ। ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਆਪਣਾ। ਨਾਮ ਕੀ ਹੈ? ਵਾਹਿਗੁਰੂ 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 ਵਾਹਿਗੁਰੂ। ਸੱਚੇ ਪਾਤਸ਼ਾਹ ਸਾਡੇ ਸਾਰਿਆਂ ਤੇ ਮਿਹਰਾਂ ਕਰਨ। ਨਵੇਂ ਸਾਲ ਦੀ ਆਪ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ। ਸੋ ਕਹੋ।